TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਉਹ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂ ਜਿਨ੍ਹਾਂ ਨੂੰ ਆਧਾਰ ਬਣਾਵਾਂਗੇ, ਜਿਨ੍ਹਾਂ ਤੇ ਵਿਸਥਾਰ ਨਾਲ ਗੱਲਬਾਤ ਦੇ ਨਾਲ ਟਿੱਪਣੀਆਂ ਕੀਤੀਆਂ ਜਾਣਗੀਆਂ। ਕਰੋਨਾ ਦੇ ਟੀਕੇ ਦੀਆਂ ਵੱਖ-ਵੱਖ ਕੀਮਤਾਂ ਤੇ ਸੁਪਰੀਮ ਕੋਰਟ ਨੇ ਕੇਂਦਰ ਤੋਂ ਮੰਗਿਆ ਜਵਾਬ। ਕੇਂਦਰ ਸਰਕਾਰ ਨੇ ਦਿੱਲੀ ਵਿੱਚ ਕੇਜਰੀਵਾਲ ਦੀ ਥਾਂ ਉਪ ਰਾਜਪਾਲ ਨੂੰ ਸੰਭਾਲ ਦਿੱਤੀ ਕਮਾਨ। ਪੰਜਾਬ ਕਾਂਗਰਸ ਵਿੱਚ ਵਧਿਆ ਕਲੇਸ਼, ਸਿੱਧੂ ਤੋਂ ਬਾਅਦ ਕਈ ਹੋਰ ਵਿਧਾਇਕਾਂ ਨੇ ਕੈਪਟਨ ਨੂੰ ਸੁਣਾਈਆਂ ਖਰੀਆਂ। ਇਲਾਹਾਬਾਦ ਹਾਈ ਕੋਰਟ ਨੇ ਯੂਪੀ ਦੀ ਯੋਗੀ ਸਰਕਾਰ ਨੂੰ ਪਾਈ ਝਾੜ। 11 ਮਹੀਨਿਆਂ ਦੀ ਬੱਚੀ ਨੂੰ ਕਿਸੇ ਨੇ ਹਸਪਤਾਲ ਵਿੱਚ ਨਹੀਂ ਕੀਤਾ ਦਾਖਲ, ਅੰਤ ਬਾਪ ਦੀ ਗੋਦ ਵਿੱਚ ਤੋੜਿਆ ਦਮ। ਨਾਗਪੁਰ ਦੇ 85 ਵਰ੍ਹਿਆਂ ਦੇ ਬਜ਼ੁਰਗ ਦੀ 4 ਚਫੇਰੇ ਹੋ ਰਹੀ ਹੈ ਤਾਰੀਫ। ਕੀ ਸੱਚਮੁੱਚ ਮਰ ਗਈ ਇਨਸਾਨੀਅਤ? ਕਰੋਨਾ ਕਾਰਨ ਪਿੰਡ ਦੇ ਲੋਕਾਂ ਨੇ ਨਾ ਕਰ ਦਿੱਤਾ ਸੰਸਕਾਰ। ਬਜ਼ੁਰਗ ਸਾਈਕਲ ਤੇ ਆਪਣੀ ਘਰਵਾਲੀ ਦੀ ਲਾਸ਼ ਲੈ ਕੇ ਰਿਹਾ ਘੁੰਮਦਾ। ਨਸ਼ੇ ਨੇ ਇੱਕ ਹੋਰ ਨੌਜਵਾਨ ਦੀ ਲਈ ਜਾਨ ਅਤੇ ਪਿੰਡ ਫਰਵਾਹੀ ਦੇ ਕਿਸਾਨ ਦੀ ਸੰਘਰਸ਼ ਲੇਖੇ ਲੱਗੀ ਜਿੰਦ। ਦੋਸਤੋ, ਇਹ ਕੁਝ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾ ਲਿਆ ਜਾਣਾ ਹੈ, ਜਿਨ੍ਹਾਂ ਦੇ ਆਪਾਂ ਰਲ ਮਿਲ ਕੇ ਗੱਲਬਾਤ ਕਰਾਂਗੇ। ਤੁਹਾਨੂੰ ਜੇਕਰ ਪ੍ਰੋਗਰਾਮ ਚੰਗਾ ਲੱਗਿਆ, ਲਾਈਕ ਵੀ ਕਰਿਓ ਤੇ ਸ਼ੇਅਰ ਵੀ ਕਰਿਓ। ਸੰਬੰਧਿਤ ਖਬਰ ਨੂੰ ਆਧਾਰ ਬਣਾ ਕੇ ਹੇਠਾਂ ਕਮੈਂਟ ਵੀ ਕੀਤੇ ਜਾ ਸਕਣਗੇ। ਅਤੇ ਇਹਦੇ ਨਾਲ ਹੀ ਜੇਕਰ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਦੋਸਤੋ, ਆਓ ਹੁਣ ਖਬਰਾਂ ਵੱਲ ਰੁਖ ਕਰਦੇ ਹਾਂ। ਇੰਡੀਆ ਦੇ ਵਿੱਚ ਕੋਵਿਡ ਦਾ ਕਹਿਰ ਹੈ। ਦੂਸਰੀ ਲਹਿਰ ਨੇ ਇੰਡੀਆ ਨੂੰ ਝੰਬ ਕੇ ਰੱਖ ਦਿੱਤਾ ਹੈ। ਕਿਸੇ ਹਸਪਤਾਲ ਦੇ ਵਿੱਚ ਬੈੱਡ ਨਹੀਂ ਤੇ ਕਿਤੇ ਬੈੱਡ ਆ ਉੱਥੇ ਆਕਸੀਜਨ ਨਹੀਂ। ਲੋਕ ਡਾਢੇ ਪਰੇਸ਼ਾਨ ਨੇ, ਕੁਰਲਾਹਟ ਵਿੱਚ ਨੇ। ਇਸੇ ਤਰ੍ਹਾਂ ਇੱਕ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਮੁਜ਼ੱਫਰਨਗਰ ਦੇ ਵਿੱਚ ਆਕਸੀਜਨ ਦੀ ਕਮੀ ਦੇ ਕਾਰਨ ਇੱਕ 11 ਮਹੀਨਿਆਂ ਦੀ ਬੱਚੀ ਨੇ ਆਪਣੇ ਬਾਪ ਦੀ ਗੋਦ ਦੇ ਵਿੱਚ ਦਮ ਤੋੜ ਦਿੱਤਾ ਹੈ। ਜਾਣਕਾਰੀ ਮਿਲੀ ਹੈ ਕਿ ਇਹ ਮਜਬੂਰ ਮਾਂ-ਬਾਪ ਆਪਣੀ ਧੀ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਲੈ ਕੇ ਭਟਕਦੇ ਰਹੇ, ਕਿਸੇ ਨੇ ਦਾਖਲ ਨਹੀਂ ਕੀਤਾ। ਆਖਰਕਾਰ ਜ਼ਿਲ੍ਹਾ ਹਸਪਤਾਲ ਪਹੁੰਚੇ। ਉੱਥੇ ਪਹੁੰਚ ਤਾਂ ਗਏ ਪਰ ਬੱਚੀ ਨੂੰ ਆਕਸੀਜਨ ਨਾ ਮਿਲ ਸਕੀ। ਮਾਂ ਅਤੇ ਬਾਪ ਦੋਵੇਂ ਮਜਬੂਰ ਆਪਣੀ ਧੀ ਵੱਲ ਵੇਂਦੇ ਰਹੇ। ਆਖਰਕਾਰ ਉਹ ਮਾਸੂਮ ਆਪਣੇ ਬਾਪ ਦੀ ਗੋਦ ਦੇ ਵਿੱਚ ਦਮ ਤੋੜ ਗਈ। ਹੁਣ ਇਹ ਹੋ ਸਕਦਾ ਕਿਸੇ ਵਾਸਤੇ 11 ਮਹੀਨਿਆਂ ਦੀ ਬੱਚੀ ਦੀ ਮੌਤ ਕੋਈ ਮਾਇਨੇ ਨਾ ਰੱਖਦੀ ਹੋਵੇ, ਪਰ ਇਹਨੂੰ ਕਿਆਸ ਕਰਕੇ ਦੇਖੋ ਕਿ ਜੇਕਰ ਸਾਡਾ ਬੱਚਾ 11 ਮਹੀਨਿਆਂ ਦਾ ਹੋਵੇ, ਜਿਹੜਾ ਬੋਲ ਨਹੀਂ ਸਕਦਾ, ਜਿਹੜਾ ਕੁਝ ਦੱਸ ਨਹੀਂ ਸਕਦਾ ਤੇ ਜਿਹੜਾ ਹਰ ਇੱਕ ਦੇ ਪਿਆਰ ਦਾ ਭੁੱਖਾ ਹੁੰਦਾ ਹੈ। ਇੱਕ ਬੱਚਾ ਸਾਰੇ ਪਰਿਵਾਰ ਨੂੰ ਹਸਾਉਂਦਾ ਰਹਿੰਦਾ ਹੈ। ਇੱਕ ਬੱਚਾ ਬਿਮਾਰ ਹੋ ਜਾਏ ਸਾਰੇ ਪਰਿਵਾਰ ਨੂੰ ਰਵਾਉਂਦਾ ਵੀ ਰਹਿੰਦਾ ਹੈ। ਤੇ ਆਪਣੀ ਮਾਂ ਦੀਆਂ ਅੱਖਾਂ ਦੇ ਸਾਹਮਣੇ ਆਪਣੀ ਬਾਪ ਦੀ ਗੋਦ ਵਿੱਚ ਦਮ ਤੋੜ ਰਹੀ ਸੀ, ਪਰ ਮਜਬੂਰ ਮਾਪੇ ਕਰ ਕੁਛ ਨਹੀਂ ਸਕੇ। ਜਾਣਕਾਰੀ ਮਿਲੀ ਹੈ ਕਿ ਸਹਾਰਨਪੁਰ ਦੇ ਰਹਿਣ ਵਾਲੇ ਅਸ਼ੋਕ ਪੁਲਿਸ ਲਾਈਨ ਦੇ ਵਿੱਚ ਤਾਇਨਾਤ ਆਪਣੇ ਭਰਾ ਰਵੀ ਕੋਲ ਪਰਿਵਾਰ ਨੂੰ ਮਿਲਣ ਵਾਸਤੇ ਗਏ ਹੋਏ ਸੀ। ਉਹਨਾਂ ਦੀ 11 ਕੁ ਮਹੀਨਿਆਂ ਦੀ ਧੀ, ਜਿਸ ਦਾ ਨਾਮ ਸੋਮਾ, ਰਾਤ ਵਕਤ ਬਿਮਾਰ ਹੋਈ। ਕਿਸੇ ਤਰ੍ਹਾਂ ਔਖਿਆਂ ਸੌਖਿਆਂ ਰਾਤ ਲੰਘਾ ਲਈ। ਸਵੇਰਾ ਮਸਾਂ ਹੋਇਆ। ਸਵੇਰੇ ਹੀ ਉੱਠਦੇ ਸਾਰ ਕੁਛ ਹੋਰ ਨਹੀਂ ਕੀਤਾ, ਚਾਹ ਦਾ ਪਿਆਲਾ ਨਹੀਂ ਪੀਤਾ। ਆਪਣੀ ਧੀ ਨੂੰ ਲੈ ਕੇ ਸ਼ਹਿਰ ਦੇ ਵੱਖੋ-ਵੱਖ ਹਸਪਤਾਲਾਂ ਦੇ ਵਿੱਚ ਹੱਥ ਜੋੜਦੇ ਨਜ਼ਰ ਆਏ। ਕਿਸੇ ਨੇ ਮਜਬੂਰ ਮਾਂ ਤੇ ਬਾਪ ਦੇ ਹੱਥ ਬੰਨੇ ਵੇਖੇ ਨਹੀਂ। ਕਿਸੇ ਨੂੰ ਤਰਸ ਨਹੀਂ ਆਇਆ, ਕਿਸੇ ਨੇ ਦਾਖਲ ਨਹੀਂ ਕੀਤਾ। ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਬੱਚੀ ਨੂੰ ਆਕਸੀਜਨ ਦੀ ਤੁਰੰਤ ਜ਼ਰੂਰਤ ਹੈ। ਸਾਰੀਆਂ ਥਾਵਾਂ ਤੇ ਭਟਕਦੇ ਆਖਰਕਾਰ ਜ਼ਿਲ੍ਹੇ ਦੇ ਹਸਪਤਾਲ ਪਹੁੰਚੇ। ਉੱਥੇ ਐਮਰਜੈਂਸੀ ਵਿੱਚ ਦਿਖਾਇਆ ਗਿਆ, ਪਰ ਉੱਥੇ ਵੀ ਉਹਨਾਂ ਦੀ ਧੀ ਨੂੰ ਆਕਸੀਜਨ ਨਾ ਦਿੱਤੀ ਜਾ ਸਕੀ ਅਤੇ ਉਹਨੇ ਦਮ ਤੋੜ ਦਿੱਤਾ ਹੈ। ਤੇ ਇੱਕ ਪਾਸੇ ਆਖਿਆ ਜਾ ਰਿਹਾ ਹੈ ਕਿ ਭਾਰਤ ਦੇ ਵਿੱਚ ਆਕਸੀਜਨ ਦੀ ਕਮੀ ਨਹੀਂ। ਇਹ ਇੱਕ ਹਸਪਤਾਲ ਦੀ ਮੈਂ ਤੁਹਾਨੂੰ ਖਬਰ ਦੱਸ ਰਿਹਾ ਤੇ ਬਹੁਤ ਸਾਰੇ ਹਸਪਤਾਲਾਂ ਦੇ ਵਿੱਚ ਇਸੇ ਤਰ੍ਹਾਂ ਦੀ ਸਥਿਤੀ ਹੈ। ਅਗਲੀ ਖਬਰ ਹੈ, ਇਹ ਖਬਰ ਨਾਗਪੁਰ ਦੀ ਹੈ। ਤੁਸੀਂ ਦੇਖੋ ਕਿ ਇਸ ਲਹਿਰ ਨੇ ਵੱਖ-ਵੱਖ ਹਸਪਤਾਲਾਂ ਤੇ ਵੱਖੋ-ਵੱਖ ਸਰਕਾਰਾਂ ਦੇ ਦਾਅਵਿਆਂ ਦੀ ਫੂਕ ਕੱਢੀ ਹੈ। ਹੁਣੇ ਖਬਰ ਤੁਸੀਂ ਸੁਣੀ ਹੈ ਕਿ 11 ਮਹੀਨਿਆਂ ਦੀ ਬੱਚੀ ਆਕਸੀਜਨ ਦੀ ਥੋੜ ਦੇ ਕਾਰਨ ਇਸ ਜਹਾਨ ਨੂੰ ਅਲਵਿਦਾ ਆ ਗਈ। ਕਿਤੇ ਆਕਸੀਜਨ ਨਹੀਂ, ਕਿਤੇ ਬੈੱਡ ਨਹੀਂ। ਕਿੱਲਤ ਕਿਤੇ ਨਾ ਕਿਤੇ ਕਿਸੇ ਨੂੰ ਕਿਸੇ ਚੀਜ਼ ਦੀ ਹੈ। ਜਾਣਕਾਰੀ ਮਿਲੀ ਹੈ ਕਿ 85 ਵਰ੍ਹਿਆਂ ਦਾ ਬਜ਼ੁਰਗ ਨਾਗਪੁਰ ਦਾ ਇੱਕ ਮਿਸਾਲ ਪੇਸ਼ ਕਰਕੇ ਦੁਨੀਆ ਤੋਂ ਰੁਖਸਤ ਹੋ ਗਿਆ ਅਤੇ ਉਹਦੀ ਤਾਰੀਫ 4 ਚੁਫੇਰੇ ਹੋ ਰਹੀ ਹੈ। ਨਾਰਾਇਣ ਭਾਊ ਰਾਵ ਦਾ ਭਾੜਕਰ
ਕਰੋਨਾ ਨਾਲ ਪੀੜਤ ਹੋ ਗਏ, ਹਸਪਤਾਲ ਵਿੱਚ ਦਾਖਲ ਸਨ ਤੇ ਆਪਣੇ ਬੈੱਡ ਤੇ ਪਏ ਸੀ। ਆਮ ਤੌਰ ਤੇ ਤੁਸੀਂ ਵੇਖਿਆ ਹੋਣਾ ਹੈ ਕਿ ਕਈ ਵਾਰੀ ਨੌਜਵਾਨ ਕਿਸੇ ਬੱਸ ਦੀ ਸੀਟ ਤੇ ਬੈਠੇ ਹੁੰਦੇ ਆ, ਬਜ਼ੁਰਗ ਉਹਨਾਂ ਦੇ ਕੋਲ ਖੜੇ ਵੀ ਰਹਿਣ, ਔਖੇ ਵੀ ਹੋਣ, ਕਈ ਵਾਰੀ ਬਜ਼ੁਰਗ ਵਿਚਾਲੇ ਹੀ ਬੈਠ ਜਾਂਦੇ ਆ ਬਗੈਰ ਸੀਟ ਤੋਂ, ਪਰ ਨੌਜਵਾਨ ਉੱਠਣ ਦਾ ਕਸ਼ਟ ਨਹੀਂ ਕਰਦੇ, ਕੋਸ਼ਿਸ਼ ਨਹੀਂ ਕਰਦੇ। ਕਹਿੰਦੇ ਕੀ ਗੱਲ, ਟਿਕਟ ਦੇ ਪੈਸੇ ਨਹੀਂ ਦਿੱਤੇ, ਇਹ ਨਾ ਚੜ੍ਹਦੇ। ਤਰ੍ਹਾਂ ਤਰ੍ਹਾਂ ਦੇ ਮਨ ਦੇ ਵਿੱਚ ਵਿਚਾਰ ਲਿਆਉਂਦੇ ਆ। ਜੇਕਰ ਕੋਈ ਤੁਹਾਡੇ ਵਰਗਾ ਸੁਘੜ ਸਿਆਣਾ ਕਹਿ ਵੀ ਦੇਵੇ ਭਰਾਵਾ ਆ ਬਜ਼ੁਰਗ ਨੂੰ ਸੀਟ ਦੇ ਦੇ, ਕਹਿੰਦੇ ਤੈਨੂੰ ਜ਼ਿਆਦਾ ਦਰਦ ਹੈ ਤੂੰ ਦੇ ਦੇ। ਇਹ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਈ ਵਾਰੀ ਬੱਸਾਂ ਵਿੱਚ ਹੁੰਦੀਆਂ ਨੇ। ਪਰ ਉਹ ਹਸਪਤਾਲ ਦੇ ਵਿੱਚ 85 ਵਰ੍ਹਿਆਂ ਦਾ ਬਜ਼ੁਰਗ ਦਾਖਲ ਹੈ, ਆਪਣੇ ਬੈੱਡ ਤੇ ਪਿਆ। ਇਹ ਪਤਾ ਹੈ ਕਿ ਜੇ ਬੈੱਡ ਛੱਡ ਦਿੱਤਾ ਤੇ ਮੁੜ ਕੇ ਮਿਲਣਾ ਨਹੀਂ। ਉਸੇ ਹੀ ਵਕਤ ਇੱਕ ਔਰਤ ਆਪਣੇ ਪਤੀ ਦੇ ਨਾਲ ਆਉਂਦੀ ਹੈ ਤੇ ਉਹਦੀ ਜਾਨ ਬਚਾਉਣ ਦੇ ਵਾਸਤੇ, ਹਸਪਤਾਲ ਵਿੱਚ ਦਾਖਲ ਕਰਵਾਉਣ ਦੇ ਵਾਸਤੇ ਬੈੱਡ ਦੀ ਭਾਲ ਕਰ ਰਹੀ ਹੈ। ਡਾਕਟਰਾਂ ਅੱਗੇ ਤਰਲੇ ਅਰਜ਼ੋਈਆਂ ਕਰ ਰਹੀ ਹੈ ਕਿ ਬੈੱਡ ਦੇ ਦਿਓ, ਬੈੱਡ ਦੇ ਦਿਓ। ਇਹ ਗੱਲ ਸੁਣ ਕੇ ਉਸ 85 ਵਰ੍ਹਿਆਂ ਦੇ ਬਜ਼ੁਰਗ ਨੇ ਆਖਿਆ ਕਿ ਮੈਂ 85 ਦਾ ਹੋ ਚੁੱਕਿਆ, ਜ਼ਿੰਦਗੀ ਹੰਢਾ ਲਈ ਹੈ, ਜੀਵਨ ਮੈਂ ਦੇਖ ਚੁੱਕਿਆ, ਪਰ ਜੇਕਰ ਇਸ ਔਰਤ ਦਾ ਪਤੀ ਮਰ ਗਿਆ ਤਾਂ ਇਹਦੇ ਬੱਚੇ ਅਨਾਥ ਹੋ ਜਾਣਗੇ। ਇਸ ਵਾਸਤੇ ਮੇਰਾ ਇਹ ਕਰਤੱਵ ਹੈ ਕਿ ਮੈਂ ਹੁਣ ਇਸ ਨੌਜਵਾਨ ਦੀ ਜਾਨ ਬਚਾਵਾਂ। ਪਰ ਪਤਾ ਲੱਗਿਆ ਕਿ ਬੈੱਡ ਛੱਡ ਦਿੱਤਾ, ਹਸਪਤਾਲ ਦੇ ਵਿੱਚੋਂ ਆਪਣੇ ਘਰ ਆ ਗਏ ਉਹ ਬਜ਼ੁਰਗ, ਪਰ ਘਰ ਆ ਕੇ 3 ਦਿਨਾਂ ਤੋਂ ਬਾਅਦ ਉਹਨਾਂ ਦਾ ਦੇਹਾਂਤ ਹੋ ਗਿਆ। ਨਾਰਾਇਣ ਦਾ ਪਹਾੜਕਰ ਕੁਝ ਦਿਨ ਪਹਿਲਾਂ ਦੱਸਿਆ ਗਿਆ ਸੀ ਕਿ ਕਰੋਨਾ ਤੋਂ ਪੀੜਤ ਹੋ ਗਏ ਸੀ। ਉਹਨਾਂ ਦਾ ਆਕਸੀਜਨ ਲੈਵਲ ਵੀ ਲਗਭਗ 60 ਕੁ ਤੱਕ ਸੀ। ਉਹਨਾਂ ਦੇ ਧੀ ਤੇ ਜਵਾਈ ਉਹਨਾਂ ਨੂੰ ਇੰਦਰਾ ਗਾਂਧੀ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਉਣ ਵਾਸਤੇ ਲੈ ਗਏ। ਉਹਨਾਂ ਨੂੰ ਵੀ ਬੈੱਡ ਬੜੀ ਮੁਸ਼ਕਲ ਨਾਲ ਮਿਲਿਆ ਸੀ, ਪਰ ਉਦੋਂ ਹੀ 40 ਕੁ ਵਰ੍ਹਿਆਂ ਦਾ ਇੱਕ ਵਿਅਕਤੀ ਆਉਂਦਾ ਆਪਣੀ ਔਰਤ ਦੇ ਸਮੇਤ, ਜਿਹੜੇ ਬੈੱਡ ਦੀ ਤਲਾਸ਼ ਵਿੱਚ ਸਨ। ਹਸਪਤਾਲ ਉਹਨਾਂ ਨੂੰ ਦਾਖਲ ਕਰਨ ਤੋਂ ਮਨਾ ਕਰ ਰਹੇ ਸਨ ਕਿ ਸਾਡੇ ਕੋਲ ਕੋਈ ਬੈੱਡ ਨਹੀਂ। ਉਸ ਆਦਮੀ ਦੀ ਘਰਵਾਲੀ ਉੱਚੀ ਉੱਚੀ ਰੋ ਰਹੀ ਸੀ, ਕੁਰਲਾ ਰਹੀ ਸੀ, ਤੇ ਉਹਨੂੰ ਦੇਖ ਕੇ ਦਿਲ ਪਸੀਜਿਆ ਇਹਨਾਂ 85 ਵਰ੍ਹਿਆਂ ਦੇ ਬਜ਼ੁਰਗ ਦਾ। ਜਦੋਂ ਉਹਨਾਂ ਨੇ ਕਿਹਾ ਕਿ ਮੇਰਾ ਬੈੱਡ ਦੇ ਦਿਓ, ਤਾਂ ਹਸਪਤਾਲ ਦੇ ਪ੍ਰਸ਼ਾਸਨ ਨੇ ਉਸ ਬਜ਼ੁਰਗ ਤੋਂ ਇੱਕ ਚਿੱਠੀ ਲਿਖਵਾਈ, ਜਿਸ ਦੇ ਵਿੱਚ ਉਹਨਾਂ ਲਿਖਿਆ ਕਿ ਮੈਂ ਆਪਣਾ ਬੈੱਡ ਦੂਸਰੇ ਮਰੀਜ਼ ਲਈ ਆਪਣੀ ਮਰਜ਼ੀ ਨਾਲ ਖਾਲੀ ਕਰ ਰਿਹਾ ਹਾਂ। ਇਹਨਾਂ ਲਿਖ ਕੇ ਉਹ ਆਪਣੇ ਘਰ ਚਲੇ ਗਿਆ ਤੇ ਘਰ ਦੇ ਵਿੱਚ ਤੀਸਰੇ ਦਿਨ ਜਾ ਕੇ ਉਹਨਾਂ ਦੀ ਮੌਤ ਹੋ ਗਈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਜਦੋਂ ਉਹਨਾਂ ਤੱਕ ਆ ਖਬਰ ਪਹੁੰਚੀ, ਉਹਨਾਂ ਨੇ ਇਸ 85 ਵਰ੍ਹਿਆਂ ਦੇ ਬਜ਼ੁਰਗ ਦੀ ਤਾਰੀਫ ਦੇ ਵਿੱਚ ਟਵੀਟ ਕੀਤਾ ਤੇ ਗੱਲ ਹੈ ਵੀ ਸ਼ਲਾਘਾ ਵਾਲੀ। ਤੇ ਹੁਣ ਅਗਲੀ ਖਬਰ 'ਚ ਇੱਕ ਪਾਸੇ ਇਨਸਾਨੀਅਤ ਦੀ ਚੰਗੀ ਖਬਰ ਮਿਲ ਰਹੀ ਹੈ ਤੇ ਦੂਸਰੇ ਪਾਸੇ ਉਹ ਮਾੜੀ ਵੀ ਮਿਲ ਰਹੀ ਹੈ ਕਿ ਸੱਚਮੁੱਚ ਇਹ ਖਬਰ ਨੂੰ ਵੇਖ ਕੇ ਸੁਣ ਕੇ ਤੁਸੀਂ ਸੋਚੋਗੇ ਕਿ ਇਨਸਾਨੀਅਤ ਮਰ ਗਈ ਹੈ। ਅਸੀਂ ਆਮ ਤੌਰ ਤੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਵੇਖਦੇ ਹਾਂ ਕਿ ਗਵਾਂਢੀ ਨੂੰ ਕਈ ਵਾਰੀ ਗਵਾਂਢੀ ਜਾਣਦਾ ਨਹੀਂ। ਬਾਹਰਲੇ ਇਹਨਾਂ ਵਿਦੇਸ਼ਾਂ ਦੀ ਲਗਭਗ ਜ਼ਿੰਦਗੀ ਬਹੁਤੀ ਇਸੇ ਤਰ੍ਹਾਂ ਦੀ ਹੈ, ਪਰ ਇਨਸਾਨੀਅਤ ਇੱਥੇ ਹੈ। ਕਈ ਵਾਰੀ ਅਸੀਂ ਦੇਖਦੇ ਹਾਂ ਕਿ ਰਸਤੇ ਵਿੱਚ ਕਿਸੇ ਦਾ ਐਕਸੀਡੈਂਟ ਹੋਇਆ, ਭਾਵੇਂ ਆਪਣੇ ਭਾਈਚਾਰੇ ਦੇ ਵਿੱਚੋਂ ਕੋਈ ਬੰਦਾ ਕੋਲ ਦੀ ਲੰਘ ਜਾਵੇ ਅੱਖ ਕਮਾ ਕੇ, ਪਰ ਖਾਸ ਕਰਕੇ ਇੱਥੋਂ ਦੇ ਲੋਕ ਜਿਨ੍ਹਾਂ ਨੂੰ ਕਹਿੰਦੇ ਆ ਕਿ ਆਪਣੇ ਬੱਚਿਆਂ ਦਾ ਮੋਹ ਨਹੀਂ ਕਰਦੇ, ਮੁਹੱਬਤ ਨਹੀਂ ਕਰਦੇ, ਇੱਥੋਂ ਤੱਕ ਕਿ ਆਪਣੀ ਕਮੀਜ਼, ਆਪਣੀ ਕੋਈ ਪੈਂਟ ਲਾ ਕੇ ਤੁਹਾਡੇ ਹੇਠ ਵਿਛਾ ਦੇਣਗੇ, ਤੁਹਾਡਾ ਜ਼ਖਮ ਬੰਨ੍ਹ ਦੇਣਗੇ, ਤੁਹਾਡੇ ਕੋਲ ਖੜਨਗੇ, ਐਂਬੂਲੈਂਸ ਨੂੰ ਫੋਨ ਕਰਨਗੇ। ਤੇ ਆਪਣੇ ਵਾਲਾ ਭਾਈਚਾਰਾ ਵੀ ਘੱਟ ਨਹੀਂ, ਕਿਤੇ ਡੁੱਬਦੇ ਨੂੰ ਦੇਖੇ ਪੱਗ ਸੁੱਟ ਕੇ ਵੀ ਉਹਨਾਂ ਦੀ ਜਾਨ ਬਚਾਉਂਦਾ। ਭਾਵ ਇਹ ਮਨੁੱਖਤਾ ਹੈ, ਮਨੁੱਖ ਦੇ ਕੰਮ ਆਉਂਦਾ। ਪਰ ਆਹ ਖਬਰ ਤਾਂ ਕਮਾਲ ਹੈ, ਹੈਰਾਨੀਜਨਕ ਹੈ ਕਿ ਕੋਵਿਡ ਦਾ ਇੰਨਾ ਖੌਫ ਹੋ ਗਿਆ ਕਿ ਹੁਣ ਪਿੰਡਾਂ ਵਾਲੇ, ਜਿੱਥੇ ਬੰਦੇ ਨੇ ਸਾਰੀ ਜ਼ਿੰਦਗੀ ਕੱਢ ਦਿੱਤੀ ਹੋਵੇ, ਕਿ ਦੁੱਖ ਵੇਲੇ ਉਹਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਕਰਨ। ਜਾਣਕਾਰੀ ਮਿਲੀ ਹੈ ਕਿ ਖੌਫ ਤਾਂ ਚੱਲ ਰਿਹਾ। ਇਸੇ ਖੌਫ ਦੇ ਵਿਚਕਾਰ ਜੌਨਪੁਰ ਦੇ ਅੰਬਰਪੁਰ ਪਿੰਡ ਵਿੱਚ ਮਨੁੱਖਤਾ ਨੂੰ ਇੱਕ ਸ਼ਰਮਸ਼ਾਰ ਕਰਦੀ ਘਟਨਾ ਸਾਹਮਣੇ ਆਈ ਹੈ। ਬੁਖਾਰ ਨਾਲ ਪੀੜਤ ਇੱਕ ਔਰਤ ਦੀ ਮੌਤ ਹੋ ਗਈ। ਪਿੰਡ ਵਾਲੇ ਕਹਿੰਦੇ ਬੁਖਾਰ ਥੋੜੀ ਸੀ, ਇਹ ਤਾਂ ਕੋਵਿਡ ਤੋਂ ਇਨਫੈਕਟਡ ਸੀ। ਪਿੰਡ ਦੇ ਵਿੱਚ ਸੰਸਕਾਰ ਨਹੀਂ ਕਰਨ ਦਿੱਤਾ ਗਿਆ ਉਸ ਔਰਤ ਦਾ। ਉਸ ਔਰਤ ਦਾ ਬਜ਼ੁਰਗ ਪਤੀ, ਮਜਬੂਰ ਪਤੀ, ਜਦ ਪਿੰਡਦਿਆਂ ਨੇ ਮੋਢਾ ਦੇਣ ਤੋਂ ਵੀ ਇਨਕਾਰ ਕਰ ਦਿੱਤਾ, ਉਹਨਾਂ ਦੇ ਘਰ ਅਫਸੋਸ ਕਰਨ ਤੋਂ ਵੀ ਇਨਕਾਰ ਕਰ ਦਿੱਤਾ, ਸੋਚਿਆ ਕਰਾਂ ਕੀ, ਘਰ ਵਾਲੀ ਤਾਂ ਮਰ ਗਈ ਹੈ, ਇਹਨੂੰ ਸ਼ਮਸ਼ਾਨ ਘਾਟ ਤੱਕ ਤਾਂ ਲੈ ਕੇ ਜਾਣਾ ਹੈ। ਅਸੀਂ ਵੇਖਿਆ ਕਿ ਇਹਨਾਂ ਮੁਲਕਾਂ 'ਚ ਤਾਂ 4 ਬੰਦਿਆਂ ਦੀ ਲੋੜ ਨਹੀਂ ਪੈਂਦੀ, ਸਟ੍ਰੈਚਰ ਤੇ ਪਾਉਂਦੇ ਆ, ਬਾਕਸ ਨੂੰ ਧੱਕ ਕੇ ਭੱਠੀ ਤੱਕ ਲੈ ਜਾਂਦੇ ਆ। ਪਰ ਆਪਾਂ ਨੂੰ ਪਤਾ ਹੈ ਕਿ ਇੰਡੀਆ ਵਿੱਚ ਤਾਂ 4 ਬੰਦਿਆਂ ਦੇ ਮੋਢਿਆਂ ਤੇ ਹੀ ਜਾਂਦਾ ਬੰਦਾ। ਤਾਂ ਹੀ ਤਾਂ ਕਹਿੰਦੇ ਹੁੰਦੇ ਕਿ 4 ਕ ਬੰਦੇ ਰੱਖ ਲੈ ਮੋਢਾ ਦੇਣ ਲਈ। ਸੋ 4 ਬੰਦੇ ਪਿੰਡ 'ਚੋਂ ਨਹੀਂ ਨਿਕਲ ਕੇ ਸਾਹਮਣੇ ਆਏ। ਬਜ਼ੁਰਗ ਨੇ ਸਾਈਕਲ ਦੇ ਵਿਚਕਾਰ ਫਰੇਮ ਤੇ, ਜਿੱਥੇ ਕਈ ਵਾਰੀ ਆਟਾ ਪਿਹਾਉਣ ਵਾਸਤੇ ਆਪਾਂ ਥੈਲਾ ਰੱਖ ਕੇ ਲੈ ਕੇ ਜਾਂਦੇ ਹਾਂ, ਉੱਥੇ ਆਪਣੀ ਘਰਵਾਲੀ ਦੀ ਲਾਸ਼ ਰੱਖੀ।
ਇਕੱਲਾ ਸੰਸਕਾਰ ਕਰਨ ਦੇ ਵਾਸਤੇ ਵਸੂਹੀ ਨਦੀ ਦੇ ਤੱਟ ਤੇ ਜਾ ਪਹੁੰਚਿਆ। ਪਿੰਡ ਦੇ ਲੋਕਾਂ ਨੇ ਦੇਖਿਆ ਕਿ ਆਪਾਂ ਇਹਨੂੰ ਮੋਢਾ ਨਹੀਂ ਦਿੱਤਾ, ਇਹ ਸੰਸਕਾਰ ਕਿਵੇਂ ਕਰ ਲੂ, ਪਿੱਛੇ ਹੋ ਤੁਰੇ। ਸ਼ਰਮ ਦੀ ਹੱਦ, ਹੈਰਾਨੀ ਦੀ ਹੱਦ ਕਿ ਇੱਥੇ ਸੰਸਕਾਰ ਨਹੀਂ ਕਰਨ ਦੇਣਾ, ਤੇਰੀ ਘਰ ਵਾਲੀ ਕਰੋਨਾ ਨਾਲ ਮਰੀ ਹੈ। ਇਹਦੀ ਜਾਣਕਾਰੀ ਫਿਰ ਪੁਲਿਸ ਨੂੰ ਮਿਲੀ। ਪੁਲਿਸ ਨੇ ਰਾਮ ਕਾਟ ਭੇਜ ਕੇ ਫਿਰ ਅੰਤਮ ਸੰਸਕਾਰ ਕਰਵਾਇਆ। ਗਰੀਬੀ ਦੀ ਜ਼ਿੰਦਗੀ ਗੁਜ਼ਾਰ ਰਿਹਾ ਸੀ ਇਹ ਵਿਅਕਤੀ ਤਿਲਕਧਾਰੀ ਸਿੰਘ। ਇਹਦੀ ਪਤਨੀ ਰਾਜਕੁਮਾਰੀ, ਜਿਹਦੀ ਉਮਰ ਲਗਭਗ 60 ਕਵਰੇ ਸੀ। ਦੱਸਿਆ ਗਿਆ ਕਿ ਇੱਕ ਹਫ਼ਤੇ ਤੋਂ ਹੋਰ ਕੋਈ ਬਿਮਾਰੀ ਨਹੀਂ, ਸਿਰਫ ਬੁਖਾਰ ਤੋਂ ਪੀੜਤ ਸੀ। ਇਲਾਜ ਦੇ ਵਿੱਚ ਹੀ ਸੋਮਵਾਰ ਵਾਲੇ ਦਿਨ ਉਹਦਾ ਸਾਹ ਰੁਕਿਆ, ਆਖਰਕਾਰ ਉਹਦੀ ਮੌਤ ਹੋ ਗਈ। ਕਰੋਨਾ ਦੇ ਸ਼ੱਕ ਦੇ ਵਿੱਚ ਆ ਪਿੰਡ ਦਾ ਕੋਈ ਵੀ ਵਿਅਕਤੀ ਇਸ ਪਰਿਵਾਰ ਦੇ ਦਰਵਾਜ਼ੇ ਤੇ ਦਸਤਕ ਦੇਣ ਤੱਕ ਨਹੀਂ ਗਿਆ, ਦੁੱਖ ਪ੍ਰਗਟ ਤੱਕ ਨਹੀਂ ਕਰਨ ਗਿਆ। ਹੁਣ ਪਿੰਡ ਵਾਲਿਆਂ ਲਈ ਸੰਵੇਦਨਹੀਣਤਾ ਕਹਿ ਸਕਦਾ ਮੈਂ, ਸ਼ੀਲਤਾ ਨਹੀਂ, ਸੰਵੇਦਨਹੀਣਤਾ ਤੋਂ ਦੁਖੀ ਹੋ ਕੇ ਤਿਲਕਧਾਰੀ ਸਿੰਘ ਨੂੰ ਉਪਾਅ ਸੁੱਝਿਆ ਸੀ ਕਿ ਸਾਈਕਲ ਤੇ ਆਪਣੀ ਘਰਵਾਲੀ ਦੀ ਲਾਸ਼ ਰੱਖ ਕੇ ਲੈ ਜਾਵਾਂ। ਪਿੰਡ ਤੋਂ ਕੁਝ ਦੂਰ ਸਥਿਤ ਹੈ ਵਸੂਹੀ ਨਦੀ, ਉੱਥੇ ਉਹਦਾ ਸੰਸਕਾਰ ਕਰਦੇ ਹਾਂ। ਪਰ ਪਿੰਡ ਦੇ ਲੋਕ ਉੱਥੇ ਪਹੁੰਚ ਗਏ ਕਿ ਤੂੰ ਇੱਥੇ ਸੰਸਕਾਰ ਕਰ ਨਹੀਂ ਸਕਦਾ। ਫਿਰ ਥਾਣਾ ਇੰਚਾਰਜ ਇੰਸਪੈਕਟਰ ਮੁੰਨਾ ਰਾਮ ਪਹੁੰਚੇ, ਉਹਨਾਂ ਨੇ ਜਾ ਕੇ ਸੰਸਕਾਰ ਕਰਵਾਇਆ। ਪਤਾ ਲੱਗਿਆ ਕਿ ਇਸ ਬਜ਼ੁਰਗ ਜੋੜੇ ਦੇ ਜਿਹੜੇ ਬੱਚੇ ਆ, 2 ਬੇਟੇ ਆ, ਉਹ ਰੋਜ਼ੀ ਰੋਟੀ ਕਮਾਉਣ ਲਈ ਦੂਰ ਕਿਤੇ ਬਾਹਰ ਰਹਿੰਦੇ ਨੇ। ਉਹ ਉਸ ਵਕਤ ਘਰ ਵਿੱਚ ਮੌਜੂਦ ਨਹੀਂ ਸੀ। ਆਪਣੇ ਆਪ ਦੇ ਵਿੱਚ ਤੁਸੀਂ ਦੇਖੋ ਕਿ ਕਿੰਨੀ ਮਨੁੱਖਤਾ ਨੂੰ ਸ਼ਰਮਸ਼ਾਰ ਕਰਨ ਵਾਲੀ ਇਹ ਘਟਨਾ ਹੈ। ਦੂਸਰੇ ਪਾਸੇ ਤੁਹਾਨੂੰ ਯਾਦ ਹੋਣਾ ਕਿ ਬੀਤੇ ਦਿਨੀ ਮਦਰਾਸ ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਝਾੜ ਪਾਈ ਸੀ ਕਿ ਜਦੋਂ ਵੱਡੀਆਂ ਰੈਲੀਆਂ ਹੋ ਰਹੀਆਂ ਸੀ, ਪ੍ਰਧਾਨ ਮੰਤਰੀ ਵਰਗੇ ਜ਼ਿੰਮੇਵਾਰ ਲੋਕ ਰੈਲੀਆਂ ਕਰ ਰਹੇ ਸੀ, ਤੁਸੀਂ ਕਿੱਥੇ ਸੀ, ਕਿਹੜੇ ਗ੍ਰਹਿ ਤੇ ਗਏ ਹੋਏ ਸੀ, ਮੰਗਲ ਗ੍ਰਹਿ ਤੇ ਸੀ। ਤੇ ਅੱਜ ਇਲਾਹਾਬਾਦ ਹਾਈ ਕੋਰਟ ਨੇ ਝਾੜਿਆ ਯੋਗੀ ਸਰਕਾਰ ਨੂੰ। ਜਾਣਕਾਰੀ ਮਿਲੀ ਹੈ ਕਿ ਇਲਾਹਾਬਾਦ ਹਾਈ ਕੋਰਟ ਨੇ ਪੰਚਾਇਤ ਚੋਣਾਂ ਦੇ ਵਿੱਚ ਜਿਹੜੀਆਂ ਯੂਪੀ 'ਚ ਹੋ ਰਹੀਆਂ ਨੇ, 135 ਅਧਿਆਪਕਾਂ ਦੀ ਮੌਤ ਹੋ ਗਈ ਹੈ ਕੋਵਿਡ ਦੇ ਕਾਰਨ। ਤੇ ਇਹ ਜਦੋਂ ਖਬਰ ਇਲਾਹਾਬਾਦ ਹਾਈ ਕੋਰਟ ਨੂੰ ਮਿਲੀ ਤਾਂ ਉਹਨਾਂ ਨੇ ਯੂਪੀ ਸਰਕਾਰ ਤੋਂ ਜਵਾਬ ਤਲਬੀ ਕੀਤੀ। ਇੱਕ ਜਨਹਿਤ ਪਟੀਸ਼ਨ ਦੀ ਸੁਣਵਾਈ ਕਰ ਰਹੀ ਸੀ ਅਦਾਲਤ। ਆਪਣੇ ਆਦੇਸ਼ ਦੇ ਵਿੱਚ ਹਾਈ ਕੋਰਟ ਨੇ ਕਿਹਾ ਕਿ ਚੋਣ ਕਮਿਸ਼ਨ ਅਤੇ ਪੁਲਿਸ ਦੋਵੇਂ ਪੰਚਾਇਤੀ ਚੋਣਾਂ ਵਿੱਚ ਕੋਵਿਡ-19 ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਵਾਉਣ ਦੇ ਵਿੱਚ ਅਸਫਲ ਰਹੀਆਂ ਨੇ। ਤੁਸੀਂ ਦੇਖੋ ਕਿ ਬੀਤੇ ਦਿਨੀ ਵੀ ਚੋਣ ਕਮਿਸ਼ਨ ਦੇ ਉੱਤੇ ਸਵਾਲ ਉਠਾਇਆ ਸੀ, ਉਹ ਮਦਰਾਸ ਹਾਈ ਕੋਰਟ ਨੇ ਉਠਾਇਆ ਸੀ ਤੇ ਇਲਾਹਾਬਾਦ ਹਾਈ ਕੋਰਟ ਨੇ ਉਠਾਇਆ। ਚੋਣ ਕਮਿਸ਼ਨ ਅਦਾਲਤ ਵਿੱਚ ਹਾਜ਼ਰ ਹੋਇਆ ਅਤੇ ਇਸ ਦਾ ਜਵਾਬ ਦੇਵੇ। ਉਹ ਕਹਿੰਦੇ ਜੇਕਰ ਅਗਲੀ VOTING ਦੇ ਵਿੱਚ ਅਜਿਹਾ ਮੁੜ ਹੋਇਆ ਤਾਂ ਜ਼ਿੰਮੇਵਾਰ ਅਫਸਰਾਂ ਤੇ ਕਾਰਵਾਈ ਸੰਭਵ ਤੌਰ ਤੇ ਕੀਤੀ ਜਾਏਗੀ। ਪਿਛਲੀ ਸੁਣਵਾਈ ਮਦਰਾਸ ਹਾਈ ਕੋਰਟ ਨੇ ਵੀ ਆਖਿਆ ਸੀ ਕਿ ਤੁਹਾਡੇ ਤੇ ਕਤਲ ਦੇ ਮੁਕੱਦਮੇ ਦਰਜ ਕਰ ਦਈਏ। ਅਦਾਲਤ ਨੇ ਕਿਹਾ ਕਿ ਸੱਚ ਹੈ ਕਿ ਕਰੋਨਾ ਦੇ ਮਾਮਲਿਆਂ ਵਿੱਚ ਘਾਟ ਆਉਣ ਤੇ ਸਰਕਾਰ ਇਸ ਤੋਂ ਬੇਪਰਵਾਹ ਹੋ ਗਈ ਸੀ ਅਤੇ ਪੰਚਾਇਤੀ ਚੋਣਾਂ ਵਰਗੇ ਦੂਸਰੇ ਕੰਮਾਂ ਵਿੱਚ ਜੁਟ ਗਈ। ਜੇਕਰ ਸਮਾਂ ਰਹਿੰਦੇ ਇੰਤਜ਼ਾਮ ਕੀਤਾ ਹੁੰਦਾ ਤਾਂ ਉਹ ਇਸ ਤੋਂ ਬਚਣ ਲਈ ਤਿਆਰ ਹੁੰਦੀ। ਉਹ ਕਹਿੰਦੇ ਜੇਕਰ ਤੁਸੀਂ ਆਪਣੀ ਲਾਪਰਵਾਹੀ ਨਾਲ ਲੋਕਾਂ ਨੂੰ ਮਰਨ ਦਿੱਤਾ ਤਾਂ ਤੁਹਾਡੀ ਅਗਲੀ ਪੀੜ੍ਹੀ ਤੁਹਾਨੂੰ ਮੁਆਫ ਨਹੀਂ ਕਰੇਗੀ। ਅਦਾਲਤ ਨੇ ਕਿਹਾ, ਸਰਕਾਰ ਨੂੰ ਝਾੜ ਪਾਈ। ਉਹ ਕਹਿੰਦੇ ਤੁਹਾਡਾ ਤਾਂ ਇਹ ਕੰਮ ਹੈ ਕਿ ਜਾਂ ਤਾਂ ਮੇਰੀ ਚੱਲੇਗੀ ਨਹੀਂ ਤਾਂ ਕਿਸੇ ਦੀ ਨਹੀਂ। ਹੁਣ ਕਹਿੰਦੇ ਇਹ ਰਵੱਈਆ ਤੁਹਾਨੂੰ ਛੱਡਣਾ ਪਊ, ਦੂਸਰਿਆਂ ਦੀ ਰਾਏ ਨੂੰ ਤੁਹਾਨੂੰ ਅਹਿਮੀਅਤ ਦੇਣੀ ਪਊ। ਅਦਾਲਤ ਨੇ ਕਿਹਾ ਕਿ ਆਕਸੀਜਨ, ਦਵਾਈਆਂ, ਬੈੱਡ ਇਹ ਇਸ ਵਕਤ ਕਿੱਲਤ ਬਣੀ ਹੋਈ ਆ, ਚੋਣਾਂ ਤੋਂ ਪਹਿਲਾਂ ਧਿਆਨ ਇੱਧਰ ਦਿਓ। ਫਿਰ ਖਬਰ ਮਿਲੀ ਸੀ ਉਹਨਾਂ ਨੂੰ ਕਿ ਨਕਲੀ ਟੀਕੇ ਵਿਕ ਰਹੇ ਨੇ। ਨਕਲੀ ਟੀਕੇ ਵਿਕਣ ਦੀਆਂ ਜਿਹੜੀਆਂ ਖਬਰਾਂ ਨੇ ਉਹਦੇ ਉੱਤੇ ਵੀ ਉਹਨਾਂ ਨੇ ਕਿਹਾ ਕਿ ਵਪਾਰੀ ਆਫਤ ਦੇ ਵਿੱਚ ਨੋਟ ਕਮਾ ਰਹੇ ਨੇ, ਮਨਮਰਜ਼ੀ ਦੀਆਂ ਕੀਮਤਾਂ ਨਿਰਧਾਰਤ ਕਰ ਰਹੇ ਨੇ, ਤੇ ਤੁਸੀਂ ਕਿੱਥੇ ਹੋ? ਤੁਸੀਂ ਦੱਸੋ ਤਾਂ ਸਹੀ। ਕਹਿੰਦੇ ਸਰਕਾਰ ਦੀ ਕਿਹੜੀ ਜ਼ਿੰਮੇਵਾਰੀ ਨਿਭਾ ਰਹੇ ਹੋ? ਹੁਣ ਵੇਖਦੇ ਹਾਂ ਕਿ ਦੁਬਾਰਾ ਜਿਹੜੀ ਅਗਲੀ ਪੇਸ਼ੀ ਆ ਉਹਦੇ ਉੱਤੇ ਅਦਾਲਤ ਨੇ ਸੱਦਿਆ ਹੈ ਸਰਕਾਰ ਨੂੰ ਵੀ ਤੇ ਚੋਣ ਕਮਿਸ਼ਨ ਨੂੰ ਵੀ ਤੇ ਨਾਲ ਪੁਲਿਸ ਨੂੰ ਵੀ। ਦੇਖੋ ਕਿ ਕੰਮ ਪ੍ਰਸ਼ਾਸਨ ਦੇ ਤੇ ਝਾੜਾਂ ਅਦਾਲਤਾਂ ਨੂੰ ਪਾਉਣੀਆਂ ਪੈ ਰਹੀਆਂ ਨੇ। ਤੇ ਅਗਲੀ ਵੀ ਲਗਭਗ ਖਬਰ ਇਸੇ ਤਰ੍ਹਾਂ ਦੀ ਹੈ। ਇਹ ਯੂਪੀ ਸਰਕਾਰ ਨੂੰ ਝਾੜ ਸੀ ਤੇ ਅਗਲੀ ਝਾੜ ਮੋਦੀ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਪਾਈ ਹੈ। ਸੁਪਰੀਮ ਕੋਰਟ ਨੇ ਆਖਿਆ ਕਿ ਕੇਂਦਰ ਸੂਬਿਆਂ ਤੇ ਪ੍ਰਾਈਵੇਟ ਹਸਪਤਾਲਾਂ ਦੇ ਲਈ ਕੋਵਿਡ-19 ਰੋਕੂ ਟੀਕੇ ਦੀਆਂ ਵੱਖੋ-ਵੱਖ ਕੀਮਤਾਂ ਦਾ ਨੋਟਿਸ ਕਿਉਂ ਨਹੀਂ ਲੈ ਰਿਹਾ। ਕਹਿੰਦੇ ਕੇਂਦਰ ਸਰਕਾਰ ਨੂੰ ਅਜਿਹੀ ਮੁੱਲ ਨੀਤੀ ਦੇ ਪਿੱਛੇ ਤਰਕਸ਼ੀਲਤਾ ਤੇ ਆਧਾਰਤਾ ਦੱਸੇ ਕਿ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜੇ ਟੀਕਾ 800 ਦਾ ਲੱਗਦਾ ਹੈ, ਸਰਕਾਰੀ 'ਚ 600 ਦਾ ਲੱਗੀ ਜਾਂਦਾ, ਕਿਸੇ ਸੂਬੇ 'ਚ 150 ਦਾ ਲੱਗੀ ਜਾਂਦਾ, ਕਿਸੇ 'ਚ 200 ਦਾ ਲੱਗੀ ਜਾਂਦਾ।
ਤੁਹਾਨੂੰ ਯਾਦ ਹੋਣਾ ਹੈ ਕਿ ਇੱਕ ਮੁਲਕ ਇੱਕ ਚੋਣ ਕਹਿੰਦੇ ਕਰਾਵਾਂਗੇ। ਆ ਖੇਤੀ ਸੁਧਾਰ ਕਾਨੂੰਨ ਬਣਾਏ, ਕਹਿੰਦੇ ਸੀ ਇੱਕ ਮੁਲਕ ਇੱਕ ਮੰਡੀ, ਇੱਕ ਮੁਲਕ ਇੱਕ ਬੋਲੀ, ਇੱਕ ਮੁਲਕ ਇੱਕ ਰਾਸ਼ਨ ਕਾਰਡ। ਫਿਰ ਸੁਪਰੀਮ ਕੋਰਟ ਨੇ ਪੁੱਛਿਆ ਕਿ ਆ ਹੁਣ ਵੱਖੋ ਵੱਖ ਰੇਟ ਕਾਹਤੇ ਨੇ, ਸਰਕਾਰ ਕੀ ਕਰਦੀ ਹੈ? ਉਹ ਕਹਿੰਦੇ ਸਾਨੂੰ ਦੱਸੇ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕੋਵਿਡ-19 ਦੇ ਦੌਰਾਨ ਜ਼ਰੂਰੀ ਸਮਾਨ ਦੀ ਸਪਲਾਈ ਅਤੇ ਸੇਵਾਵਾਂ ਦੀ ਵੰਡ ਨਾਲ ਸੰਬੰਧਿਤ ਮਾਮਲੇ ਦਾ ਖੁਦ ਨੋਟਿਸ ਲਿਆ ਸੀ। ਅਸੀਂ ਕਹਿੰਦੇ ਮੂਕ ਦਰਸ਼ਕ ਨਹੀਂ ਬਣ ਸਕਦੇ। ਸੁਪਰੀਮ ਕੋਰਟ ਨੇ ਇਹ ਵੀ ਪੁੱਛਿਆ ਕਿ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਵਾਸਤੇ ਜਿਹੜੀ ਟੀਕਾਕਰਨ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ, ਕਿ ਸ਼ੁਰੂਆਤ ਹੋਣ ਤੇ ਟੀਕਿਆਂ ਦੀ ਅਚਾਨਕ ਮੰਗ ਜਦ ਵੱਧ ਜਾਣੀ ਹੈ ਕਿ ਤੁਸੀਂ ਇਹਨੂੰ ਪੂਰਾ ਕਰ ਲਓਗੇ। ਮਾਨਯੋਗ ਅਦਾਲਤ ਨੇ ਜੱਜ ਡੀ.ਵਾਈ. ਚੰਦਰਚੂੜ ਦੀ ਪ੍ਰਧਾਨਗੀ ਹੇਠ ਸੁਣਵਾਈ ਕਰ ਰਹੀ ਸੀ। ਉਹਨਾਂ ਨੇ ਸ਼ੁੱਕਰਵਾਰ ਦਾ ਦਿਨ ਹੁਣ ਤੈਅ ਕਰ ਦਿੱਤਾ ਅਗਲੀ ਸੁਣਵਾਈ ਦੇ ਵਾਸਤੇ। ਬੈਂਚ ਨੇ ਕਿਹਾ ਕੇਂਦਰ ਨੂੰ ਕਿ ਆਪਣੇ ਹਲਫਨਾਮੇ ਵਿੱਚ ਟੀਕਿਆਂ ਦੇ ਮੁੱਲ ਦੇ ਸਬੰਧ ਦੇ ਵਿੱਚ ਸਵੀਕਾਰ ਆਧਾਰ ਤੇ ਤਰਕਸ਼ੀਲਤਾ ਨੂੰ ਸਪਸ਼ਟ ਕਰਕੇ ਸਾਡੇ ਸਾਹਮਣੇ ਦਿਓ ਹਲਫੀਆ ਬਿਆਨ ਕਿ ਤੁਸੀਂ ਇਹਦੇ ਉੱਤੇ ਕਿਹੜੀ ਨੀਤੀ ਬਣਾਈ ਹੈ। ਜਿਹੜੇ ਟੀਕੇ 18 ਸਾਲ ਤੋਂ ਵੱਧ ਉਮਰ ਦੇ ਆਉਣ ਵਾਲੇ ਅਗਲੇ ਹਫ਼ਤੇ ਤੋਂ ਲੱਗਣੇ ਹੈ ਤੇ ਉਹਦੇ ਵਾਸਤੇ ਤੁਸੀਂ ਨੀਤੀ ਕਿਹੜੀ ਬਣਾਈ ਹੈ। ਬੈਂਚ 'ਚ ਜੱਜ ਸਨ ਐਲ ਨਾਗੇਸ਼ਵਰ ਰਾਵ ਅਤੇ ਜੱਜ ਐਸ ਰਵਿੰਦਰ ਭੱਟ। ਬੈਂਚ ਨੇ ਕਿਹਾ ਕਿ ਵੱਖ-ਵੱਖ ਕੰਪਨੀਆਂ ਵੱਖ-ਵੱਖ ਕੀਮਤਾਂ ਤੈਅ ਕਰ ਰਹੀਆਂ ਨੇ, ਕੇਂਦਰ ਇਹਦੇ ਬਾਰੇ ਕੀ ਕਰ ਰਿਹਾ ਹੈ। ਵੀਡੀਓ ਕਾਨਫਰੰਸ ਦੇ ਰਾਹੀਂ ਸੁਣਵਾਈ ਦੇ ਵਿੱਚ ਸੀਨੀਅਰ ਐਡਵੋਕੇਟ ਅਤੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਸਿੰਘ ਨੇ ਬੈਂਚ ਨੂੰ ਦੱਸਿਆ ਕਿ ਕੇਂਦਰ ਸੂਬਿਆਂ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਲਈ ਟੀਕੇ ਦੀਆਂ ਵੱਖੋ-ਵੱਖ ਕੀਮਤਾਂ ਤੈਅ ਕੀਤੀਆਂ ਗਈਆਂ ਨੇ। ਬੈਂਚ ਨੇ ਦਵਾਈਆਂ ਦੀਆਂ ਕੰਟਰੋਲ ਕਰਨ ਵਾਲੀਆਂ ਕੀਮਤਾਂ ਨੂੰ, ਉਹ ਕਹਿੰਦੇ ਤੁਸੀਂ ਕੀਮਤਾਂ ਕੰਟਰੋਲ ਕਰੋ, ਹਰ ਕੋਈ ਕੰਪਨੀ ਨਹੀਂ ਕੰਟਰੋਲ ਕਰ ਸਕਦੀ। ਉਹਨਾਂ ਨੇ ਆਖਿਆ ਕਿ ਕੰਟਰੋਲ ਕਰਨ ਲਈ ਡਰੱਗ ਕੰਟਰੋਲ ਐਕਟ ਕਾਨੂੰਨ ਦੇ ਅਧੀਨ ਕੇਂਦਰ ਦੀਆਂ ਸ਼ਕਤੀਆਂ ਕੇਂਦਰ ਦੇ ਕੋਲ ਨੇ, ਉਹ ਲਾਗੂ ਕਿਉਂ ਨਹੀਂ ਹੋ ਰਹੀਆਂ? ਜਦੋਂ ਕਿ ਕਹਿੰਦੇ ਇਸ ਵਕਤ ਦੁਨੀਆ ਕੁਰਲਾ ਰਹੀ ਹੈ, ਭਾਰਤ ਦੇ ਵਿੱਚ ਫਿਰ ਕੇਂਦਰ ਸਰਕਾਰ ਆਪਣੀਆਂ ਸ਼ਕਤੀਆਂ ਦੀ ਇਸ ਵਕਤ ਵਰਤੋਂ ਸਹੀ ਕਾਹਤੇ ਨਹੀਂ ਕਰ ਰਹੀ? ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਕਿਹਾ ਕਿ ਉਹ ਸੂਬਿਆਂ ਨੂੰ ਕੋਵਿਡ ਸ਼ੀਲਡ ਦੀ ਖੁਰਾਕ 400 ਰੁਪਏ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ 600 ਰੁਪਏ ਵਿੱਚ ਪ੍ਰਤੀ ਖੁਰਾਕ ਮੁਹੱਈਆ ਕਰਵਾਏਗੀ। ਇੱਕ ਵਕੀਲ ਨੇ ਕਿਹਾ ਹਾਲਾਂਕਿ ਕੰਪਨੀ ਕੇਂਦਰ ਨੂੰ 150 ਰੁਪਏ ਪ੍ਰਤੀ ਖੁਰਾਕ ਦੇ ਹਿਸਾਬ ਨਾਲ ਟੀਕੇ ਦੀ ਵਿਕਰੀ ਕਰ ਰਹੀ ਹੈ। ਬੈਂਚ ਨੇ ਕੇਂਦਰ ਨੂੰ ਆਕਸੀਜਨ ਦੀ ਵੰਡ ਨਾਲ ਸੂਬਿਆਂ ਨੂੰ ਟੀਕੇ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਅਤੇ ਨਿਗਰਾਨੀ ਤੰਤਰ ਬਾਰੇ ਵੀ ਜਾਣੂ ਕਰਵਾਉਣ ਵਾਸਤੇ ਦਿਸ਼ਾ ਨਿਰਦੇਸ਼ ਦਿੱਤੇ ਹੈ। ਵੇਖਦੇ ਹਾਂ ਕਿ ਆਉਣ ਵਾਲੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਅਦਾਲਤ ਨੂੰ, ਸੁਪਰੀਮ ਕੋਰਟ ਨੂੰ ਇਹਦੇ ਮੁਤਲਕ ਕੀ ਜਵਾਬ ਦਿੰਦੀ ਹੈ। ਇੱਕ ਪਾਸੇ ਬੀਤੇ ਦਿਨੀ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਅਸੀਂ ਸਾਰੇ ਸੂਬਿਆਂ ਦੇ ਵਿੱਚ ਆਕਸੀਜਨ ਦੀ ਸਪਲਾਈ ਬਹਾਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਾਂ ਕਿ ਆਕਸੀਜਨ ਦੀ ਕਮੀ ਨਹੀਂ। ਸੁਪਰੀਮ ਕੋਰਟ ਨੇ ਵੀ ਝਾੜ ਪਾਈ ਸੀ ਕਿ ਹਰ ਇੱਕ ਸੂਬੇ ਨੂੰ ਨਿਰਵਿਘਨ ਸਪਲਾਈ ਹੋਵੇ। ਪਰ ਅੱਜ ਖਬਰ ਮਿਲ ਰਹੀ ਹੈ ਕਿ ਹਿਮਾਚਲ ਪ੍ਰਦੇਸ਼ ਨੇ, ਜਿੱਥੇ ਆਕਸੀਜਨ ਦੇ ਭੰਡਾਰ ਨੇ ਤੇ ਪਲਾਂਟ ਨੇ, ਉਹ ਕਹਿੰਦੇ ਪੰਜਾਬ ਨੂੰ ਅਸੀਂ ਨਹੀਂ ਦੇਣੀ, ਅਸੀਂ ਪੰਜਾਬ ਨੂੰ ਆਕਸੀਜਨ ਨਹੀਂ ਦੇਣੀ। ਜੇ ਕੋਈ ਸੂਬਾ ਇਸ ਤਰ੍ਹਾਂ ਦੀਆਂ ਆਪ ਹੁਦਰੀਆਂ ਇਸ ਵਕਤ ਕਰ ਰਿਹਾ ਹੈ ਤਾਂ ਕੇਂਦਰ ਸਰਕਾਰ ਸੁੱਤੀ ਪਈ ਹੈ। ਇੱਕ ਪਾਸੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ। ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਮੈਂ ਉੱਥੋਂ ਹੀ ਕੀਤੀ ਹੈ ਕਿ ਇੱਕ 11 ਮਹੀਨਿਆਂ ਦੀ ਬੱਚੀ ਆਕਸੀਜਨ ਦੀ ਕਮੀ ਦੇ ਕਾਰਨ ਦਮ ਤੋੜ ਗਈ ਤੇ ਸਰਕਾਰ ਦੇ ਕੰਮ ਕੀ ਹੈ। ਅਗਲੀ ਜਿਹੜੀ ਖਬਰ ਹੈ ਇਹ ਬਹੁਤ ਵੱਡੀ ਤੇ ਮਹੱਤਵਪੂਰਨ ਹੈ। ਕੇਂਦਰ ਸਰਕਾਰ ਨੇ ਕੇਜਰੀਵਾਲ ਦੀਆਂ ਸ਼ਕਤੀਆਂ ਤੇ ਟਕੂਆ ਫੇਰ ਦਿੱਤਾ, ਗੰਡਾਸਾ ਫੇਰ ਦਿੱਤਾ। ਹੁਣ ਇੱਕ ਪਾਸੇ ਸਥਿਤੀ ਵਿਗੜ ਰਹੀ ਹੈ ਕਰੋਨਾ ਦੇ ਨਾਲ ਤੇ ਦੂਸਰੇ ਪਾਸੇ ਤੁਸੀਂ ਦੇਖੋ ਕਿ ਸਰਕਾਰ ਨੂੰ ਕੋਈ ਇਲਮ ਨਹੀਂ, ਕੋਈ ਮਰਦਾ ਮਰੇ, ਪਰ ਉਹਨਾਂ ਨੂੰ ਲੱਗਦਾ ਕਿ ਇਸ ਵਕਤ ਸਿਆਸਤ ਕਰਨੀ ਬੜੀ ਲਾਜ਼ਮੀ ਹੈ। ਦਿੱਲੀ ਦੇ ਵਿੱਚ ਕਰੋਨਾ ਦੀ ਸਥਿਤੀ ਕੋਈ ਬਹੁਤੀ ਵਧੀਆ ਨਹੀਂ, ਸਥਿਤੀ ਵਿਗੜ ਰਹੀ ਹੈ। ਵਿਗੜਦੀ ਸਥਿਤੀ ਦੇ ਦਰਮਿਆਨ ਹੀ ਕੇਂਦਰ ਸਰਕਾਰ ਨੇ ਇੱਕ ਨਵਾਂ ਕਾਨੂੰਨ ਦਿੱਲੀ ਦੇ ਵਿੱਚ ਲਾਗੂ ਕਰ ਦਿੱਤਾ ਹੈ। ਦਿੱਲੀ ਰਾਸ਼ਟਰੀ ਰਾਜਧਾਨੀ ਰਾਜ ਖੇਤਰ ਸ਼ਾਸਨ ਸੋਧ ਐਕਟ 2021 ਨੂੰ ਲਾਗੂ ਕਰ ਦਿੱਤਾ ਗਿਆ, ਜਿਸ ਦੇ ਵਿੱਚ ਸ਼ਹਿਰ ਦੇ ਵਿੱਚ ਚੁਣੀ ਹੋਈ ਸਰਕਾਰ ਭਾਵ ਕੇਜਰੀਵਾਲ ਦੀ ਸਰਕਾਰ ਦੇ ਉੱਪਰ ਹੁਣ ਉਪ ਰਾਜਪਾਲ ਅਨਿਲ ਬੈਜਲ ਨੂੰ ਬਿਠਾ ਦਿੱਤਾ ਹੈ। ਗ੍ਰਹਿ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਦੇ ਮੁਤਾਬਕ ਐਕਟ 27 ਅਪ੍ਰੈਲ 2021 ਤੋਂ ਅਧਿਸੂਚਿਤ ਕੀਤਾ ਜਾ ਰਿਹਾ ਹੈ। ਹੁਣ ਦਿੱਲੀ ਵਿੱਚ ਸਰਕਾਰ ਦਾ ਅਰਥ ਕੇਜਰੀਵਾਲ ਸਰਕਾਰ ਨਹੀਂ, ਉਪ ਰਾਜਪਾਲ ਹੋਵੇਗਾ। ਨਵੇਂ ਕਾਨੂੰਨ ਦੇ ਮੁਤਾਬਕ ਦਿੱਲੀ ਸਰਕਾਰ ਦਾ ਮਤਲਬ ਉਪ ਰਾਜਪਾਲ।
ਦਿੱਲੀ ਦੀ ਸਰਕਾਰ ਨੂੰ ਹੁਣ ਕੋਈ ਵੀ ਕਾਰਜਕਾਰੀ ਫੈਸਲਾ ਲੈਣ ਤੋਂ ਪਹਿਲਾਂ ਉਪ ਰਾਜਪਾਲ ਦੀ ਆਗਿਆ ਲੈਣੀ ਲਾਜ਼ਮੀ। ਗ੍ਰਹਿ ਮੰਤਰਾਲੇ ਦੇ ਵਧੀਕ ਸਕੱਤਰ ਗੋਵਿੰਦ ਮੋਹਨ ਦੇ ਦਸਤਖਤਾਂ ਦੇ ਨਾਲ ਜਾਰੀ ਨੋਟੀਫਿਕੇਸ਼ਨ ਦੇ ਵਿੱਚ ਕਹਿ ਦਿੱਤਾ ਗਿਆ ਹੈ ਕਿ ਦਿੱਲੀ ਰਾਸ਼ਟਰੀ ਰਾਜਧਾਨੀ ਰਾਜ ਖੇਤਰ ਸ਼ਾਸਨ ਸੋਧ ਐਕਟ 2021 ਦੀ 15 ਦੀ ਧਾਰਾ 2 ਦੇ ਵਿੱਚ ਸ਼ਕਤੀਆਂ ਦਾ ਇਸਤੇਮਾਲ ਕਰਦੇ ਹੋਏ ਕੇਂਦਰ ਸਰਕਾਰ 27 ਅਪ੍ਰੈਲ 2021 ਤੋਂ ਐਕਟ ਦੀਆਂ ਵਿਵਸਥਾਵਾਂ ਨੂੰ ਲਾਗੂ ਕਰ ਰਹੀ ਹੈ। ਇਹ ਜਾਰੀ ਕਰ ਦਿੱਤੀ ਗਈ ਹੈ ਸੂਚਨਾ। ਦੱਸਣਾ ਬਣਦਾ ਹੈ ਕਿ ਸੰਸਦ ਨੇ ਇਸ ਕਾਨੂੰਨ ਨੂੰ ਬੀਤੇ ਮਹੀਨੇ ਪਾਸ ਕੀਤਾ ਸੀ। ਲੋਕ ਸਭਾ ਦੇ ਵਿੱਚ 22 ਮਾਰਚ ਨੂੰ ਅਤੇ ਰਾਜ ਸਭਾ ਨੇ 24 ਮਾਰਚ 2021 ਨੂੰ ਇਸ ਨੂੰ ਮਨਜ਼ੂਰੀ ਦੇ ਦਿੱਤੀ ਸੀ। ਜਦੋਂ ਇਸ ਬਿੱਲ ਨੂੰ ਸੰਸਦ ਨੇ ਪਾਸ ਕੀਤਾ ਸੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਨੂੰ ਭਾਰਤੀ ਲੋਕਤੰਤਰ ਦੇ ਵਾਸਤੇ ਸਭ ਤੋਂ ਦੁੱਖ ਦਾ ਦਿਨ ਕਰਾਰ ਦਿੱਤਾ ਸੀ ਅਤੇ ਆਖਿਆ ਸੀ ਕਿ ਇਹ ਲੋਕਤੰਤਰ ਦਾ ਕਤਲ ਹੈ। ਆਪਾਂ ਉਸ ਦਿਨ ਵੀ ਇਹ ਖਬਰ ਸਾਂਝੀ ਕੀਤੀ ਸੀ ਕਿ ਫਿਰ ਦਿੱਲੀ ਦੇ ਵਿੱਚ ਸਰਕਾਰ ਚੁਣਨ ਦਾ ਫਾਇਦਾ ਕੀ। ਦਿੱਲੀ ਦੇ ਲੋਕਾਂ ਨੇ ਆਪਣੇ ਐਮਐਲਏ ਚੁਣੇ ਨੇ ਤੇ ਉਹਨਾਂ ਨੇ ਆਪਣਾ ਇੱਕ ਲੀਡਰ ਭਾਵ ਮੁੱਖ ਮੰਤਰੀ ਚੁਣਿਆ ਹੋਇਆ, ਪਰ ਹੁਣ ਮੁੱਖ ਮੰਤਰੀ ਫੈਸਲੇ ਨਹੀਂ, ਫੈਸਲੇ ਕਰੂਗਾ ਕੇਂਦਰ ਸਰਕਾਰ ਦਾ ਕਰਿੰਦਾ ਉਪ ਰਾਜਪਾਲ। ਇਹਦਾ ਮਤਲਬ ਦਿੱਲੀ ਸਰਕਾਰ ਦੇ ਵਿੱਚ ਬੈਕਡੋਰ ਥਾਣੀ ਐਂਟਰੀ ਕਰ ਲਈ ਹੈ ਕੇਂਦਰ ਸਰਕਾਰ ਨੇ। ਬੀਤੇ ਦਿਨਾਂ ਦੇ ਵਿੱਚ ਇੱਕ ਸਕੀਮ ਸੀ, ਸਕੀਮ ਦੇ ਉੱਤੇ ਵੀ ਫੈਸਲਾ ਇਸੇ ਤਰ੍ਹਾਂ ਦਾ ਥੋਪ ਦਿੱਤਾ ਗਿਆ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਬੀਤੇ ਦਿਨੀ ਵੀ ਇਹ ਗੱਲ ਆਖੀ ਸੀ ਅਤੇ ਇਹਦੇ ਤੋਂ ਪਹਿਲਾਂ ਵੀ ਮਾਮਲਾ ਇੱਕ ਵਾਰੀ ਸੁਪਰੀਮ ਕੋਰਟ ਦੇ ਵਿੱਚ ਗਿਆ ਸੀ। ਉਹਨਾਂ ਨੇ ਕਿਹਾ ਸੀ ਠੀਕ ਹੈ, ਫੈਸਲੇ ਤਾਂ ਲਵੇਗੀ ਚੁਣੀ ਹੋਈ ਸਰਕਾਰ, ਪਰ ਤਿੰਨ ਥਾਵਾਂ ਦੇ ਉੱਤੇ ਹੀ ਹੈ ਕੰਮ ਜਿੱਥੇ ਰਾਜਪਾਲ ਦਖਲ ਦੇ ਸਕਦਾ, ਪਰ ਉਹ ਵੀ ਜੇਕਰ ਬਹੁਤ ਜ਼ਰੂਰੀ ਹੋਵੇ। ਪਰ ਹੁਣ ਸਥਿਤੀ ਪਲਟਾ ਕੇ ਰੱਖ ਦਿੱਤੀ ਹੈ। ਸੰਸਦ ਦੇ ਵਿੱਚ ਕਾਨੂੰਨ ਬਣਾ ਕੇ ਚੁਣੀ ਹੋਈ ਕੇਜਰੀਵਾਲ ਦੀ ਸਰਕਾਰ ਦੀਆਂ ਸ਼ਕਤੀਆਂ ਖੋਹ ਲਈਆਂ ਗਈਆਂ ਨੇ। ਸ਼ਕਤੀਆਂ ਖੋਹ ਕੇ ਰਾਜਪਾਲ ਦੇ ਉਪ ਰਾਜਪਾਲ ਦੇ ਹੱਥ ਵਿੱਚ ਦੇ ਦਿੱਤੀਆਂ ਗਈਆਂ ਨੇ। ਮੈਂ ਇਹਦੇ ਤੇ ਟਿੱਪਣੀ ਅਕਸਰ ਇਹ ਕਰਦਾ ਹੁੰਦਾ ਕਿ ਇਹ ਕਿਸੇ ਦਾ ਇੱਥੇ ਗਦੌੜਾ ਨਹੀਂ ਫੇਰਿਆ ਹੋਇਆ, ਕਿਸੇ ਦੇ ਕੀਲੇ ਨਹੀਂ ਗੱਡੇ ਹੋਏ। ਅੱਜ ਉੱਥੇ ਲੋਕਾਂ ਨੇ ਕੇਜਰੀਵਾਲ ਨੂੰ ਵਾਂਗਡੋਰ ਸੰਭਾਲ ਦਿੱਤੀ ਸੀ, ਸੱਤਾ ਸਾਂਭ ਦਿੱਤੀ ਸੀ। ਹੋ ਸਕਦਾ ਕੱਲ ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੀ ਬਣ ਜਾਏ, ਫਿਰ ਕੀ ਕਰਨਗੇ? ਫਿਰ ਅੱਖਾਂ ਵਿੱਚ ਘਸੁੰਨ ਦੇ ਰੋਣਗੇ। ਅਸਲ ਦੇ ਵਿੱਚ ਸੰਘੀ ਢਾਂਚੇ ਦੇ ਉੱਤੇ ਇਹ ਇੱਕ ਵੱਡਾ ਹਮਲਾ ਹੈ। ਤੁਹਾਨੂੰ ਮੈਂ ਦੱਸ ਦਿਆਂ ਕਿ ਭਾਰਤੀ ਜਨਤਾ ਪਾਰਟੀ ਜਦੋਂ ਕੇਂਦਰ ਦੇ ਵਿੱਚ ਸੱਤਾ ਦੇ ਵਿੱਚ ਨਹੀਂ ਸੀ ਆਈ, ਕਾਬਜ਼ ਨਹੀਂ ਸੀ ਹੋਈ, ਉਸ ਵਕਤ ਇਹੋ ਹੀ ਪਾਰਟੀ ਕਹਿੰਦੀ ਹੁੰਦੀ ਸੀ ਕਿ ਦਿੱਲੀ ਨੂੰ ਸੰਪੂਰਨ ਰਾਜ ਦਾ ਦਰਜਾ ਦੇਣਾ ਸਾਡੀ ਮੁੱਖ ਮੰਗ ਹੈ ਤੇ ਜੇਕਰ ਅਸੀਂ ਚੁਣੇ ਗਏ ਤਾਂ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇ ਦਿਆਂਗੇ। ਆਹ ਤਾਂ ਜਿਹੜਾ ਅਧੂਰਾ ਜਿਹਾ ਰਾਜ ਹੈ ਉਹਦਾ ਵੀ ਦਰਜਾ ਖੋਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਸ਼ਾਇਦ ਤੁਹਾਨੂੰ ਇਹ ਵੀ ਯਾਦ ਹੋਵੇਗਾ ਕਿ ਇਹਨਾਂ ਨੇ ਇਹ ਵੀ ਕਿਹਾ ਸੀ 2014 ਦੇ ਵਿੱਚ ਜਦੋਂ ਪਹਿਲੀ ਵਾਰੀ ਸੱਤਾ ਆਉਣ ਤੋਂ ਪਹਿਲਾਂ ਕਿ ਸਾਨੂੰ ਚੁਣੋ ਤੇ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਵੀ ਅਸੀਂ ਲਾਗੂ ਕਰਾਂਗੇ। ਸਭ ਵਾਅਦੇ ਹਵਾ ਹੋ ਗਏ। ਤੇ ਅਗਲੀ ਪੰਜਾਬ ਦੀ ਰਾਜਨੀਤੀ ਨਾਲ ਸੰਬੰਧਿਤ ਵੱਡੀ ਖਬਰ, ਬੀਤੇ ਕਈ ਦਿਨਾਂ ਤੋਂ ਬੁਰਜ ਜਵਾਹਰ ਸਿੰਘ ਵਾਲਾ ਪਹੁੰਚ ਕੇ ਨਵਜੋਤ ਸਿੰਘ ਸਿੱਧੂ ਨੇ ਇੱਕ ਵੱਖਰੀ ਤਰ੍ਹਾਂ ਦੀ ਮੁਹਿੰਮ ਛੇੜੀ ਸੀ। ਉਹਦੇ ਤੋਂ ਬਾਅਦ ਲਗਾਤਾਰ ਟਵੀਟ ਕਰਦਾ ਰਿਹਾ। ਪਹਿਲਾਂ ਗੁੰਮਨਾਮ ਤੇ ਫਿਰ ਨਾਮ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੇ ਹਮਲੇ ਨਵਜੋਤ ਸਿੰਘ ਸਿੱਧੂ ਨੇ ਸ਼ੁਰੂ ਕਰ ਦਿੱਤੇ ਸੀ, ਬੇਅਦਬੀ ਮਾਮਲੇ ਨੂੰ ਲੈ ਕੇ, ਕੋਟਕਪੂਰਾ ਗੋਲੀकांड ਨੂੰ ਲੈ ਕੇ। ਪਰ ਹੁਣ ਤਾਂ ਇਹ ਗੱਲ ਅੱਗੇ ਵੱਧ ਗਈ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਜਿਹੜੇ ਚੁਣੇ ਹੋਏ ਕਾਂਗਰਸ ਦੇ ਵਿਧਾਇਕ ਨੇ ਉਹਨਾਂ ਦੇ ਨਾਲ ਇਹਨਾਂ ਮਾਮਲਿਆਂ ਦੇ ਉੱਤੇ ਉਹਨਾਂ ਦੀ ਨਬਜ਼ ਟੋਹਣ ਦੇ ਬਾਬਤ ਮੀਟਿੰਗਾਂ ਸ਼ੁਰੂ ਕੀਤੀਆਂ ਨੇ। ਪਹਿਲੇ ਦਿਨ ਮਾਲਵੇ ਦੇ ਵਿਧਾਇਕਾਂ ਨਾਲ ਮੀਟਿੰਗ ਹੋਈ ਸੀ। ਦੂਸਰੇ ਦਿਨ ਇਸ ਬੇਅਦਬੀ ਅਤੇ ਕੋਟਕਪੂਰਾ ਗੋਲੀकांड ਦੇ ਮਾਮਲੇ ਦੇ ਵਿੱਚ ਮਾਝੇ ਅਤੇ ਦੁਆਬੇ ਦੇ ਵਿਧਾਇਕਾਂ ਦੀ ਨਬਜ਼ ਟੋਹਣ ਦੀ ਕੋਸ਼ਿਸ਼ ਕੀਤੀ। 2 ਗੇੜਾਂ ਦੇ ਵਿੱਚ ਪਾਰਟੀ ਵਿਧਾਇਕਾਂ ਦੇ ਨਾਲ ਕੈਪਟਨ ਨੇ ਮੀਟਿੰਗ ਕੀਤੀ, ਜਿਸ ਦੇ ਵਿੱਚ ਖਬਰ ਮਿਲ ਰਹੀ ਹੈ ਕਿ ਕਈ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਖੁੱਲ੍ਹ ਕੇ ਆਖਿਆ ਕਿ ਲੋਕ ਆਵਾਜ਼ ਇਹ ਉੱਠ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਇਸ ਮਾਮਲੇ ਤੇ ਦੋਸਤਾਨਾ ਮੈਚ ਖੇਡ ਰਹੇ ਨੇ। ਮੁੱਖ ਮੰਤਰੀ ਨੇ ਬੇਅਦਬੀ ਮਾਮਲੇ ਅਤੇ ਕੋਟਕਪੂਰਾ ਗੋਲੀकांड ਮਾਮਲੇ ਦੇ ਉੱਤੇ ਕਾਨੂੰਨੀ ਨੁਕਤੇ ਤੋਂ ਵਿਧਾਇਕਾਂ ਨੂੰ ਉਸ ਸਥਿਤੀ ਤੇ ਜਾਣੂ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਤੇ ਮਾਝੇ ਦੇ ਵਿਧਾਇਕਾਂ ਨੇ ਬੇਅਦਬੀ ਮਾਮਲੇ ਤੇ ਗੱਲ ਜ਼ੋਰਦਾਰ ਤਰੀਕੇ ਨਾਲ ਉਠਾਈ ਅਤੇ ਕਿਹਾ ਕਿ ਜੇਕਰ ਇਸ ਮਾਮਲੇ ਦੇ ਵਿੱਚ ਕਾਂਗਰਸ ਸਰਕਾਰ ਇਨਸਾਫ ਦੇਣ ਵਿੱਚ ਖੁੰਝ ਗਈ ਤਾਂ ਸਾਡਾ ਪਿੰਡਾਂ ਵਿੱਚ ਲੋਕਾਂ ਵਿੱਚ ਜਾਣਾ ਦੁੱਭਰ ਹੋ ਜਾਏਗਾ, ਮੁਸ਼ਕਲ ਹੋ ਜਾਏਗਾ।
ਉਹਨਾਂ ਕਿਹਾ ਕਿ ਲੋਕਾਂ ਦਾ ਭਰੋਸਾ ਬਣਾਈ ਰੱਖਣ ਦੇ ਵਾਸਤੇ ਫੌਰੀ ਤੌਰ ਤੇ ਨਵੀਂ ਸਿੱਟ ਬਣਾ ਕੇ ਮੁਲਜ਼ਮਾਂ ਨੂੰ ਸਜ਼ਾ ਦੇਣ ਦੇ ਬਾਰੇ ਸਾਨੂੰ ਦੱਸਿਆ ਜਾਵੇ ਕਿ ਕਿੰਨਾ ਸਮਾਂ ਲੱਗੇਗਾ। ਮੁੱਖ ਮੰਤਰੀ ਦੀ ਟੀਮ ਨੇ ਮਾਝੇ ਦੇ ਵਿਧਾਇਕਾਂ ਨੂੰ ਕੋਟਕਪੂਰਾ ਗੋਲੀकांड ਅਤੇ ਬੇਅਦਬੀ ਕਾਂਡ ਬਾਰੇ ਕਾਨੂੰਨੀ ਨੁਕਤੇ ਸਮਝਾਉਣ ਦੀ ਜਦ ਗੱਲ ਤੋਰੀ ਤਾਂ ਕੁਝ ਵਿਧਾਇਕ ਰੋਹ ਵਿੱਚ ਆ ਗਏ। ਉਹ ਕਹਿੰਦੇ ਆਹ ਗੱਲਾਂ ਸਾਨੂੰ ਨਾ ਸਮਝਾਓ। ਵਿਧਾਇਕਾਂ ਨੇ ਸਾਫ਼ ਤੌਰ ਤੇ ਆਖ ਦਿੱਤਾ ਕਿ ਆਖਰ ਤੱਕ ਕਦੋਂ ਤੱਕ ਕਾਨੂੰਨੀ ਨੁਕਤੇ ਸਮਝਾਉਂਦੇ ਰਹੋਗੇ? ਸਾਨੂੰ ਦੱਸੋ ਸਿਰਫ ਕਿ ਮੁਲਜ਼ਮਾਂ ਨੂੰ ਅੰਦਰ ਕਦੋਂ ਡੱਕੋਗੇ। ਮਾਝੇ ਦੇ ਵਿਧਾਇਕਾਂ ਦੀ ਮੀਟਿੰਗ ਦੇ ਵਿੱਚ ਦੁਆਬੇ ਦੇ ਵਿਧਾਇਕਾਂ ਨਾਲੋਂ ਖਬਰ ਮਿਲੀ ਹੈ ਕਿ ਮਾਹੌਲ ਗਰਮ ਰਿਹਾ। ਜਾਣਕਾਰੀ ਅਨੁਸਾਰ ਇੱਕ ਵਿਧਾਇਕ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਮਾਲਵੇ ਵਾਲੇ ਨੂੰ ਤਾਂ ਛੱਡੋ, ਕੋਈ ਗੱਲ ਨਹੀਂ, ਪਹਿਲਾਂ ਸਾਡੇ ਵਾਲੇ ਮਝੈਲ ਨੂੰ ਤਾਂ ਫੜ ਲਓ, ਇਹਨੂੰ ਤਾਂ ਅੰਦਰ ਡੱਕ ਦਿਓ। ਫਿਰ ਦੁਆਬੇ ਦੇ ਵਿਧਾਇਕਾਂ ਦਾ ਮਾਮਲਾ ਆ ਗਿਆ, ਉਹ ਬੈਠ ਕਰਨ ਲੱਗੇ। ਉਸ ਗੇੜ ਦੇ ਵਿੱਚ ਸਭ ਤੋਂ ਵੱਧ ਖੁੱਲ੍ਹ ਕੇ ਬੋਲੇ ਪ੍ਰਗਟ ਸਿੰਘ। ਪ੍ਰਗਟ ਸਿੰਘ ਨੇ ਕਿਹਾ ਕਿ ਬੇਅਦਬੀ ਮਾਮਲੇ ਤੇ ਲਿਪਾਪੋਚੀ ਕਰਕੇ ਨਹੀਂ ਸਰਣਾ, ਇਸ ਜਾਂਚ ਨੂੰ ਕਿਸੇ ਤਣ ਪੱਤਣ ਲਾਓ, ਇਸ ਮਾਮਲੇ ਤੇ ਨਿਆਂ ਮਿਲਣਾ ਚਾਹੀਦਾ। ਉਹਨਾਂ ਕਿਹਾ ਕਿ ਲੋਕਾਂ ਦੇ ਵਿੱਚ ਦੋਸਤਾਨਾ ਮੈਚ ਵਾਲਾ ਸੁਨੇਹਾ ਬਹੁਤ ਗਲਤ ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਅਸੀਂ 4 ਵਰ੍ਹਿਆਂ ਬਾਅਦ ਵੀ ਉੱਥੇ ਹੀ ਖੜੇ ਹਾਂ ਜਿੱਥੇ 2017 ਵਿੱਚ ਖੜੇ ਸੀ। ਅਕਾਲੀ ਦਲ ਕਹਿੰਦੇ ਖੁਸ਼ੀਆਂ ਮਨਾਈ ਜਾ ਰਹੀ ਹੈ। ਇਸੇ ਦੌਰਾਨ ਰਾਣਾ ਗੁਰਜੀਤ ਸਿੰਘ ਨੇ ਵੀ ਮੁੱਖ ਮੰਤਰੀ ਨੂੰ ਲੋਕਾਂ ਦੀ ਆਵਾਜ਼ ਤੋਂ ਕਹਿੰਦੇ ਜਾਣੂ ਕਰਵਾਇਆ ਕਿ ਲੋਕ ਸਰਕਾਰ ਬਾਰੇ ਦੋਸਤਾਨਾ ਮੈਚ ਦੀਆਂ ਗੱਲਾਂ ਆਮ ਸੁਣੇ ਜਾ ਰਹੇ ਹੈ ਕਿ ਬਿਲਕੁਲ ਇਹ ਰਲ ਕੇ ਗੇਮ ਖੇਡ ਰਹੇ ਨੇ। ਪਤਾ ਇਹ ਵੀ ਲੱਗਿਆ ਕਿ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਵੀ ਆਖਿਆ ਕਿ ਲੋਕ ਆਖ ਰਹੇ ਨੇ ਕਿ ਦੋਵੇਂ ਤਰ੍ਹਾਂ ਰਲ ਮਿਲ ਗਈਆਂ ਨੇ। ਇਸ ਕਰਕੇ ਕਹਿੰਦੇ ਸਪਸ਼ਟ ਕਰ ਦੇਣਾ ਚਾਹੀਦਾ ਹੈ ਕਿ ਸੱਚਮੁੱਚ ਅਸੀਂ ਰਲੇ ਵੀ ਹੋਏ ਹਾਂ ਕਿ ਨਹੀਂ, ਇਨਸਾਫ ਦੇਣਾ ਵੀ ਹੈ ਕਿ ਨਹੀਂ। ਇਸੇ ਤਰ੍ਹਾਂ ਵਿਧਾਇਕ ਨਵਤੇਜ ਚੀਮਾ ਦਾ ਕਹਿਣਾ ਸੀ ਕਿ ਬੇਅਦਬੀ ਮਾਮਲੇ ਤੇ ਸਰਕਾਰ ਨੂੰ ਆਪਣੀ ਸਥਿਤੀ ਲੋਕਾਂ ਦੇ ਵਿੱਚ ਜਾ ਕੇ ਜਲਦ ਸਾਫ਼ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਵਿਧਾਇਕ ਸੰਗਤ ਸਿੰਘ ਗਿਰਜ਼ੀਆਂ ਨੇ ਪੱਖ ਰੱਖਿਆ ਕਿ ਸਰਕਾਰ ਨੂੰ ਬੇਅਦਬੀ ਮਾਮਲੇ ਵਿੱਚ ਇਨਸਾਫ ਦੇਣਾ ਹੀ ਪਵੇਗਾ। ਤੇ ਮੁੱਖ ਮੰਤਰੀ ਦੇ ਨਾਲ ਬੈਠੀ ਸੀ ਟੀਮ, ਕਾਨੂੰਨੀ ਟੀਮ ਸੀ, ਉਹਨਾਂ ਨੇ ਵਿਧਾਇਕਾਂ ਨੂੰ ਬਥੇਰੇ ਕਾਨੂੰਨੀ ਨੁਕਤੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਮੁੱਖ ਮੰਤਰੀ ਨੇ ਵੀ ਇਹ ਹਦਾਇਤ ਕੀਤੀ ਕਿ ਲੋਕਾਂ ਦੇ ਵਿੱਚ ਜਾਓ, ਸਰਕਾਰ ਵੱਲੋਂ ਉਠਾਏ ਕਦਮਾਂ ਬਾਰੇ ਦੱਸੋ ਕਿ ਆਹ ਮਾਮਲਿਆਂ ਦੇ ਉੱਤੇ ਅਸੀਂ ਸਫਲਤਾ ਹਾਸਲ ਕਰ ਲਈ ਹੈ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਰਕਾਰ ਕੁਝ ਕਰ ਰਹੀ ਹੈ। ਪਤਾ ਲੱਗਿਆ ਕਿ ਕਾਂਗਰਸ ਦੀ ਖਿੱਚੋਤਾਣ ਦਿਨ ਬ ਦਿਨ ਘਟਣ ਦੀ ਬਜਾਏ ਵੱਧਦੀ ਜਾ ਰਹੀ ਹੈ। ਨਵਜੋਤ ਸਿੰਘ ਸਿੱਧੂ ਦੇ ਨਾਲ ਤਾਂ ਤੁਹਾਨੂੰ ਪਤਾ ਕਿ 36 ਦਾ ਅੰਕੜਾ ਲੰਬੀ ਦੇਰ ਤੋਂ ਚੱਲ ਰਿਹਾ ਹੈ, ਬੜੀ ਦੇਰ ਤੋਂ ਚੱਲ ਰਿਹਾ ਹੈ। ਬੀਤੇ ਦਿਨੀ ਕੈਪਟਨ ਨੇ ਨਵਜੋਤ ਸਿੱਧੂ ਨੂੰ ਆਪਣੇ ਮੁਕਾਬਲੇ ਦੇ ਵਿੱਚ ਪਟਿਆਲਾ ਤੋਂ ਚੋਣ ਲੜਨ ਦੀ ਚੁਣੌਤੀ ਵੀ ਦੇ ਦਿੱਤੀ ਸੀ। ਅੱਜ ਦੂਸਰੇ ਦਿਨ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਫੇਰ ਨਹੀਂ ਪਹੁੰਚੇ। ਚੰਡੀਗੜ੍ਹ ਦੇ ਵਿੱਚ ਕੈਬਨਿਟ ਮੀਟਿੰਗ ਸੀ, ਕੈਬਨਿਟ ਮੀਟਿੰਗ ਦੇ ਵਿੱਚੋਂ ਰੰਧਾਵਾ ਗੈਰ ਹਾਜ਼ਰ ਰਹੇ। ਮੰਨਿਆ ਜਾ ਰਿਹਾ ਕਿ ਸੁਖਜਿੰਦਰ ਰੰਧਾਵਾ ਦੀ ਬੇਅਦਬੀ ਦੇ ਮਾਮਲੇ ਤੇ ਮੁੱਖ ਮੰਤਰੀ ਨਾਲ ਜਿਹੜੀ ਬੀਤੇ ਦਿਨੀ ਨਾਰਾਜ਼ਗੀ ਹੋਈ ਸੀ, ਜਿਸ ਦੇ ਵਿੱਚ ਉਹਨਾਂ ਨੇ ਤੇ ਜਾਖੜ ਹੋਰਾਂ ਨੇ ਅਸਤੀਫਾ ਦਿੱਤਾ ਸੀ, ਉਹ ਨਾਰਾਜ਼ਗੀ ਹਾਲੇ ਦੂਰ ਨਹੀਂ ਹੋਈ। ਪਤਾ ਲੱਗਿਆ ਕਿ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਕਿਉਂਕਿ ਜਦੋਂ ਪ੍ਰਗਟ ਸਿੰਘ ਹੋਰਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ, ਅੱਜ ਇਸ ਪ੍ਰੋਗਰਾਮ ਤੋਂ ਕੁਝ ਦੇਰ ਬਾਅਦ ਅਸੀਂ ਪ੍ਰਗਟ ਸਿੰਘ ਹੋਰਾਂ ਨੇ ਕੀ ਕੁਝ ਆਖਿਆ, ਪੂਰੇ ਦਾ ਪੂਰਾ ਵੀਡੀਓ ਸਾਡੇ ਕੋਲ ਇੱਕ ਰਿਪੋਰਟ ਦੇ ਰੂਪ ਵਿੱਚ ਪਹੁੰਚ ਚੁੱਕਿਆ, ਅਸੀਂ ਅਪਲੋਡ ਕਰਾਂਗੇ। ਜ਼ਰੂਰ ਵੇਖਿਓ ਕਿ ਕਿੰਨੀਆਂ ਖਰੀਆਂ ਸੁਣਾ ਦਿੱਤੀਆਂ ਪ੍ਰਗਟ ਸਿੰਘ ਹੋਰਾਂ ਨੇ, ਤੁਸੀਂ ਹੈਰਾਨ ਹੋਵੋਗੇ। ਉਹ ਕਹਿੰਦੇ ਆ ਚੁਣੌਤੀ ਦੇਣ ਵਾਲੀ ਗੱਲ ਕਿੱਥੋਂ ਆ ਗਈ? ਨਵਜੋਤ ਸਿੰਘ ਸਿੱਧੂ ਤਾਂ ਤੁਹਾਡੇ ਤੋਂ ਪੁੱਛ ਰਹੇ ਨੇ ਕਿ ਲੋਕਾਂ ਨੂੰ ਇਨਸਾਫ ਦਿਓ, ਅਸੀਂ ਵਾਅਦਾ ਕੀਤਾ ਸੀ, ਤੁਸੀਂ ਇੱਕ ਛੋਟੇ ਕੱਦ ਦੇ ਲੀਡਰ ਹੋਣ ਦੀ ਆਪਣੀ ਗੱਲ ਸਾਹਮਣੇ ਲਿਆ ਦਿੱਤੀ। ਉਹ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਦਾ ਇੱਥੋਂ ਪਤਾ ਲੱਗਦਾ ਕੱਦ ਵਾਲਾ ਵੱਡਾ ਨਹੀਂ। ਇਹ ਪ੍ਰਗਟ ਸਿੰਘ ਨੇ ਆਖਿਆ ਕਿ ਤੁਸੀਂ ਚੋਣ ਲੜਨ ਦੀਆਂ ਗੱਲਾਂ ਕਰਨ ਲੱਗ ਗਏ, ਉਹ ਤੁਹਾਡੇ ਤੋਂ ਇਨਸਾਫ ਮੰਗਦਾ ਹੈ। ਫਿਲਹਾਲ ਨਵਜੋਤ ਸਿੰਘ ਸਿੱਧੂ ਚੁੱਪ ਕਰ ਗਏ ਨੇ, ਖਾਮੋਸ਼ ਹੋ ਗਏ ਨੇ, ਤੇ ਪ੍ਰਗਟ ਸਿੰਘ ਨੇ ਬੋਲਣਾ ਸ਼ੁਰੂ ਕਰ ਦਿੱਤਾ ਹੈ। ਇਸੇ ਦੌਰਾਨ ਖਬਰ ਮਿਲ ਰਹੀ ਹੈ ਕਿ ਰਾਜ ਸਭਾ ਮੈਂਬਰ ਨੇ ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੇ ਕੈਪਟਨ ਤੇ ਸਿੱਧੂ ਨੂੰ ਅਪੀਲ ਕੀਤੀ ਹੈ ਕਿ ਸੰਜਮ ਵਿੱਚ ਰਹੋ, ਬੇਅਦਬੀ ਕਾਂਡ ਦੇ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕਰਨਾ ਚਾਹੀਦਾ ਹੈ, ਸਜ਼ਾਵਾਂ ਦੇਣ ਦੀ ਵੀ ਮੰਗ ਕੀਤੀ ਹੈ। ਪਰ ਉਹਨਾਂ ਕਿਹਾ ਕਿ ਆਪਸੀ ਲੜਾਈ ਦੇ ਨਾਲ ਲੋਕਾਂ ਨੂੰ ਗਲਤ ਸੁਨੇਹਾ ਜਾਊ। ਸਭ ਤੋਂ ਹੈਰਾਨੀ ਵਾਲੀ ਗੱਲ ਕਿ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਨੇ ਹਰੀਸ਼ ਰਾਵਤ ਹਾਲੇ ਤੱਕ ਸਾਈਲੈਂਟ ਮੋਡ ਤੇ ਹੈ। ਕਿੰਨੇ ਦਿਨਾਂ ਤੋਂ ਨਵਜੋਤ ਸਿੰਘ ਸਿੱਧੂ ਕੈਪਟਨ ਦੀ ਖਿੱਚ ਤੂ ਕਰੀ ਜਾਂਦਾ ਹੈ।
कैप्टन नवजोत सिद्धू की खिच तू करी जाता है, किते जाखड़ रंधावा गर्म होई जाते हैं। प्रगट सिंह होरां ने ऐन खुल के मोर्चा खोल दिता है, पर हरीश रावत का कोई प्रतिक्रम नहीं। वेखदे हां कि आउण वाले दिनां दे विच पटाका कांग्रेस दे विच किहड़ा-किहड़ा पैंदा है, किहड़े-किहड़े कांग्रेस दे विच रहिंदे आ, किन्हां-किन्हां नूं शांत कीता जा सकदा है अते किहड़े-किहड़े कांग्रेस नूं विदावा लिख के जांदे आ। ये आउण वाला समा दसूगा। अगली खबर पंजाब दी खबर है। कल तुहाडे नाल खबर साझी कर रहा सी। खबर ये सी कि कुलतार सिंह संधवा होरां ने श्री अकाल तख्त साहब नूं एक चिट्ठी लिखी है। चिट्ठी दे विच जिक्र है कि कैप्टन अमरिंदर सिंह होरां ने गुरु साहब की गुरबाणी की बेअदबी की, हत्थ विच गुटका साहब की सौं खाधी सी कि 4 महीनों के विच आपां 4 हफ्तियां दे विच माफ़ करना, 4 हफ्तियां दे विच नशा खत्म कर देंगे। वो कहते 4 साल बीत गए, बंदा झूठ बोलिया, इस करके इहनूं पंथ चों छेकिया जाए। इन्हें गुरु की बेअदबी की है, गुरबाणी की बेअदबी की है। आ खबर मिली है तरनतारन जिले के पिंड पहूविंड दे विचों 26 वरियां दा नौजवान नशे का टीका लाउंदा है ते नाल दी नाल मौत। हजे कुआरा सी। जानकारी मिली है कि नौजवान लगभग सवा महीना पहला गुजरात तो पंजाब विच आया सी। परिवार ने कहा कि पिंड दे कुछ मुंडे नशा वेचते भी है ते नशा करते भी है, जिन्हां करके उन्हां दे नौजवान पुत्त की जान गई है। तो फिलहाल पुलिस ने मामले की खबर मिली है कि जांच शुरू कर दी है। नरवैल सिंह वासी पहूविंड ने दस्सिया कि उहदा 26 वरियां दा भरा राजविंदर सिंह गुजरात की किसी कंपनी दे विच नौकरी करदा सी। कोविड के कारण उत्थे लॉकडाउन हो गया। वो बीते कुछ दिन पहला पिंड पहूविंड आया। उन्हां दस्सिया कि राजविंदर सिंह नशा करदा सी, पर कई बारी छड्ड भी दिंदा सी। पिंड दे कुछ जिहड़े नशा करन वाले नौजवान सन, वेचण वाले नौजवान सन, ये उन्हां दी संगत दे विच पर जरूर रहिंदा सी। इस नौजवान के पिता कारज सिंह ते माता प्रकाश कौर ने दस्सिया कि दोपहर के समय ये नशा लैके घर आया। घर आके बाथरूम दे विच वड़ के इहने टीका ला लिया। बाथरूम दे विच वड़िया तो जरूर, पर निकल नहीं सकिया। जदों घरदियां ने वेख्या ते अंदर मरिया पिया सी। उन्हां दस्सिया कि नशा बेचण वालियां दे बारे पुलिस नूं सूचना देण दे बावजूद असीं कई वारी दस्सिया कि आ फलाणे फलाणे वेचदे आ, पर कहंदे पुलिस करदी कुछ नहीं। उन्हां ये भी दस्सिया कि 2 नौजवानों के नाम भी पुलिस नूं दिते गए, उन्हां दे खिलाफ कार्रवाई होनी चाहिए सी, पर होया कुछ नहीं। पर यह भी जानकारी मिली है कि थाणा भीखीवंड के ASI उत्थे पहुंचे सी। वो कहंदे जांच भी शुरू कर दी है। परिवार के असीं बयान भी ले लए है, पर पिंड के लोग भी दस रहे हैं तो ये नौजवान का परिवार भी दस रहा कि असीं दसदे कौन कौन वेचदा है। सरकार प्रशासन करता कुछ नहीं। ये अपने आप दे विच दुखांत है। तो दूसरे पासे पंजाब के लोगों नाल कीता एक चोणां तो पहलां दा वादा भी है। अगली जिहड़ी खबर है वो किसानी संघर्ष के नाल जुड़ी खबर है। ਸਿੰਘੂ सरहद ते टिकरी सरहद ते गाजीपुर सरहद ते संघर्ष चल रहा है तो संघर्ष दोबारा भखण लगे, क्योंकि कुछ किसान पहलां हाड़ी की वाढ़ी के वास्ते आपो अपने घरों में खेतों में परते सन ते दोबारा परतने शुरू हो गए ने। आ जानकारी मिली है टिकरी सरहद ते संघर्ष के विच संयुक्त किसान मोर्चे की अगवाई हेठ डटे हुए सन 50 वरियां दे गुरजंट सिंह, जिन्हां दा पिंड फरवाही कुछ दिन बीमार रहने तो बाद उन्हां दी मौत हो गई। ਇਹਦੇ बारे जानकारी दी है भारतीय किसान यूनियन एकता डकौंदा के आगूआं ने। उन्होंने दस्सिया कि गुरजंट सिंह की रिपोर्ट कोरोना की पॉजिटिव आई। उसदे तो बाद कोविड हस्पताल सोलपत्ती बरनाला दे विच उन्हां नूं दाखल करवा दिता गया, जिथे बीती रात गुरजंट सिंह ने दम तोड़ दिता है। किसान आगूआं ने जोरदार मांग की है कि किसान गुरजंट सिंह के परिवार नूं 10 लाख रुपए का मुआवजा दिता जाए, कर्ज मुआफ किया जाए ਅਤੇ परिवार के एक जी ਨੂੰ सरकारी नौकरी भी दी जाए। सो दोस्तों ये सन अज ਦੀਆਂ कुछ एक खबरां। उम्मीद कर रहे हैं कि तुहानूं चंगीਆਂ ਲੱਗੀਆਂ ਹੋਣਗੀਆਂ। जेकर खबरां, जेकर जानकारी, जेकर टिप्पणियां चंगीਆਂ ਲੱਗੀਆਂ ने ਤਾਂ सुहृदता ਦੇ ਨਾਲ ਤੁਹਾਨੂੰ बेनती है कि लाइक भी कर दिओ ते शेयर भी कर दिओ। ਤੇ जेकर हाले तक तुसीं अपने इस चैनल ਨੂੰ सबसक्राइब नहीं किया, कृपा करके सबसक्राइब करके नोटिफिकेशन वाली घंटी जरूर ऑन कर लैनी। तुहाडे दिलों धन्नवादी होवांगे। ते हुण समा समाप्त है। जाण तो पहलां आखांगा जिंदगी जिंदादली दा नाम है। दविंदर सिंह बैनीपाल नूं आग्या दिओ। सत श्री अकाल ते रब राखा।